ਜਿਹੜੀ ਸਰਜਰੀ ਹੁੰਦੀ ਹੈਗੀ ਹੈ ਉਹ ਤੁਹਾਨੂੰ ਠੀਕ ਕਰਨ ਲਈ ਬਣੀ ਹੈ ਜੀ। ਹੁਣ ਜਿਹੜਾ ਸਰਜਰੀ ਸ਼ਬਦ ਹੈ ਉਸ ਤੋਂ ਡਰਨ ਦੀ ਬਿਲਕੁਲ ਵੀ ਲੋੜ ਨਹੀਂ ਹੈ ਬਿਕੋਜ਼ ਇਹ ਹੁਣ ਬਹੁਤ ਹੀ ਇੱਕ ਸੇਫ ਪ੍ਰੋਸੀਜਰ ਹੁੰਦਾ ਹੈ। ਸਰਜਰੀ ਜਿਹੜੀ ਹੈਗੀ ਹੈ ਉਹ ਪੇਸ਼ੈਂਟ ਦੇ ਇਲਾਜ ਲਈ ਬਣੀ ਹੈ। ਇਸ ਕਰਕੇ ਪੇਸ਼ੈਂਟ ਨੂੰ ਪਹਿਲੀ ਗੱਲ ਹੈ ਸਰਜਰੀ ਤੋਂ ਡਰਨਾ ਨਹੀਂ ਚਾਹੀਦਾ। ਬਿਲਕੁਲ। ਤੇ ਦੂਜੀ ਗੱਲ ਇਹ ਹੈਗੀ ਕਿ ਸਾਡੇ ਜਿਹੜਾ ਹਸਪੀਟਲ ਹੈਗਾ ਅਸੀਂ ਬਿਲਕੁਲ ਹੀ ਲੇਟੈਸਟ ਟੈਕਨੀਕਸ ਨਾਲ, ਭਾਵੇਂ ਉਹ ਗਾਲ ਬਲੈਡਰ ਹੋਵੇ, ਭਾਵੇਂ ਹਰਨੀਆ ਹੋਵੇ, ਭਾਵੇਂ ਪਾਈਲਸ ਹੋਵੇ, ਭਾਵੇਂ ਵੈਰੀਕੋਜ਼ ਵੇਨਸ ਹੋਵੇ, ਬਿਲਕੁਲ ਲੇਟੈਸਟ ਟੈਕਨੀਕਸ ਨਾਲ ਇਹਨਾਂ ਦਾ ਇਲਾਜ ਕਰਦੇ ਹਾਂ। ਕਿਉਂਕਿ ਜੇ ਅਸੀਂ ਲੇਟੈਸਟ ਟੈਕਨੀਕਸ ਯੂਜ਼ ਕਰ ਰਹੇ ਹਾਂ ਉਸ ਦੇ ਵਿੱਚ ਪੇਸ਼ੈਂਟ ਦੀ ਰਿਕਵਰੀ ਵੀ ਉਨੀ ਵਧੀਆ ਹੁੰਦੀ ਹੈ। ਜੇ ਰਿਕਵਰੀ ਵਧੀਆ ਹੈਗੀ ਹੈ ਤਾਂ ਪੇਸ਼ੈਂਟ ਛੇਤੀ ਘਰ ਜਾਂਦਾ ਹੈ ਤੇ ਪੇਸ਼ੈਂਟ ਛੇਤੀ ਠੀਕ ਹੋ ਜਾਂਦਾ ਹੈ। ਅੱਜ ਕੱਲ੍ਹ ਜਿੰਨੀ ਵੀ ਅਸੀਂ ਲੇਟੈਸਟ ਟੈਕਨੀਕਸ ਨਾਲ ਸਰਜਰੀ ਕਰਦੇ ਹਾਂ ਉਹ ਪੇਸ਼ੈਂਟਸ ਲਈ ਬਹੁਤ ਹੀ ਸੇਫ ਹੋ ਗਈਆਂ ਨੇ। ਪੇਸ਼ੈਂਟ 3 ਜਾਂ 4 ਦਿਨ ਤੋਂ ਬਾਅਦ ਆਪਣੀ ਸਾਰੀ ਰੂਟੀਨ ਐਕਟੀਵਿਟੀਜ਼, ਜਿਵੇਂ ਪੇਸ਼ੈਂਟ ਨੇ ਆਫਿਸ ਜਾਣਾ ਹੈ, ਪੇਸ਼ੈਂਟ ਨੇ ਆਪਣੇ ਡੇਲੀ ਡੇ ਟੂ ਡੇ ਕੰਮ ਕਰਨੇ हैं। सपोज करो कि कोई हाउस वाइफ है, उन्हें अपनी डेली डे टू डे काम करने हैं, किचन में कुकिंग करनी है, घर का साफ सफाई का ध्यान रखना है, वो सारे काम 3 या 4 ਦਿਨਾਂ ਵਿੱਚ ਪੇਸ਼ੈਂਟ ਨਾਰਮਲੀ ਬਿਲਕੁਲ ਸਟਾਰਟ ਕਰ ਸਕਦਾ। ਆਪਾਂ ਸਟੋਨਸ ਦੀ ਗੱਲ ਕਰਦੇ ਹਾਂ, ਉਹ ਜੀ। ਸੋਕਰੀਆਂ ਪੱਥਰੀ ਜਿਹਨੂੰ ਆਪਾਂ ਪੰਜਾਬੀ ਭਾਸ਼ਾ 'ਚ ਕਹਿੰਦੇ ਹਾਂ। ਬਹੁਤ ਸਾਰੀਆਂ ਮਿਥ ਕ੍ਰੀਏਟ ਕੀਤੀਆਂ ਹੋਈਆਂ ਲੋਕਾਂ ਨੇ ਕਿ ਬੀਅਰ ਪੀ ਲਓ ਉਹਦੇ ਨਾਲ ਨਿਕਲ ਜਾਂਦੀ ਹੈ, ਸੋਡਾ ਪੀ ਲਓ ਉਹਦੇ ਨਾਲ ਨਿਕਲ ਜਾਂਦੀ ਹੈ, ਜੀ। ਪਾਣੀ ਜ਼ਿਆਦਾ ਵਧਾ ਦਿਓ ਉਹਦੇ ਨਾਲ ਨਿਕਲ ਜਾਂਦੀ ਹੈ। ਸਰਜਰੀ ਇੱਕ ਇਹੋ ਜਿਹਾ ਸ਼ਬਦ ਹੈ ਜਿੱਤੋਂ ਆਮ ਲੋਕ ਡਰ ਜਾਂਦੇ ਆ। ਸਰਜਰੀ ਸ਼ਬਦ ਦਾ ਇਸਤੇਮਾਲ ਕਰਦੇ ਹੋਏ ਵੀ ਉਹ ਡਰਦੇ ਆ, ਔਰ ਸਰਜਰੀ ਜਦੋਂ ਸੁਣਦੇ ਆ ਤਾਂ ਉਹਨਾਂ ਦੇ ਮਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਆਉਂਦੀਆਂ, ਬਹੁਤ ਸਾਰੇ ਵਹਿਮ ਭਰਮ, ਬਹੁਤ ਸਾਰੇ ਇਲੂਜ਼ਨ ਉਹਨਾਂ ਦੇ ਮਨਾਂ ਦੇ ਵਿੱਚ ਕ੍ਰੀਏਟ ਹੋ ਜਾਂਦੇ ਨੇ। ਪਰ ਅੱਜ ਸਾਰੇ ਇਲੂਜ਼ਨਾਂ ਦੇ ਉੱਪਰੋਂ ਪਰਦਾ ਚੱਕਾਂਗੇ, ਕਿਉਂਕਿ ਜਦੋਂ ਵੀ ਕੋਈ ਬਿਮਾਰੀ ਇਸ ਕਦਰ ਵੱਧ ਜਾਂਦੀ ਹੈ ਤੇ ਉਹਦਾ ਫਿਰ ਐਟ ਲਾਸਟ ਜਿਹੜਾ ਹੱਲ ਹੈ, ਸੋਲੂਸ਼ਨ ਹੈ, ਉਹ ਸਰਜਰੀ ਹੀ ਰਹਿ ਜਾਂਦਾ ਹੈ। ਸਾਡੇ ਨਾਲ ਅੱਜ ਬਹੁਤ ਸੀਨੀਅਰ ਸਰਜਨ ਜੋ ਕਿ ਇਸ ਵਕਤ ਚੰਡੀਗੜ੍ਹ ਦੇ ਹੀਲਿੰਗ ਹਸਪੀਟਲ ਦੇ ਵਿੱਚ ਬਤੌਰ ਸਰਜਨ ਕੰਸਲਟੈਂਟ ਜਿਹੜੇ ਹੈ ਆਪਣੀ ਸੇਵਾਵਾਂ ਨਿਭਾ ਰਹੇ ਨੇ। ਸਾਡੇ ਨਾਲ ਨੇ ਕੁਮਾਰ ਅਭਿਸ਼ੇਕ ਡਾਕਟਰ ਸਾਹਿਬ, ਉਹਨਾਂ ਨਾਲ ਗੱਲਬਾਤ ਕਰਾਂਗੇ। ਇਹ ਸਾਰੇ ਮਸਲੇ ਨੂੰ ਤੁਹਾਨੂੰ ਚੰਗੀ ਤਰ੍ਹਾਂ ਸੁਣਾਵਾਂਗੇ, ਔਰ ਜਿਹੜਾ ਬਹੁਤ ਸਾਰੇ ਤੁਹਾਡੇ ਮਨ ਦੇ ਵਿੱਚ ਜੋ ਸ਼ੱਕ ਨੇ ਉਹਨਾਂ ਨੂੰ ਵੀ ਅੱਜ ਦੂਰ ਕਰਾਂਗੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋ ਪੰਜਾਬੀ ਟੀਵੀ ਤੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂ ਡਾਕਟਰ ਸਾਹਿਬ, ਪਹਿਲਾਂ ਤਾਂ ਸਰਜਰੀ, ਜਿੱਦਾਂ ਕਿ ਮੈਂ ਕਿਹਾ ਕਿ ਸਰਜਰੀ ਜਦੋਂ ਆਪਾਂ ਸ਼ਬਦ ਸੁਣਦੇ ਹਾਂ ਤਾਂ ਲੋਕਾਂ ਦੇ ਮਨ ਦੇ ਵਿੱਚ ਇੱਕ ਡਰ ਆ ਜਾਂਦਾ ਹੈ। ਬਹੁਤ ਸਾਰੇ ਸਵਾਲ ਖੜੇ ਹੋ ਜਾਂਦੇ ਆ ਕਿ ਸਰਜੂ ਸਰਜਰੀ ਬਿਨਾਂ ਜਾਂ ਨਹੀਂ ਸਰਨਾ। ਤਾਂ ਲੋਕ ਕੋਸ਼ਿਸ਼ ਵੀ ਕਰਦੇ ਨੇ ਕਿ ਪੋਸੀਬਲ ਹੋਵੇ ਸਰਜਰੀ ਨਾ ਹੋਵੇ। ਤੇ ਸਾਰੀਆਂ ਗੱਲਾਂ ਦੇ ਬਾਰੇ ਪਹਿਲਾਂ ਤੇ ਦੱਸੋ ਕਿ ਸਰਜਰੀ ਕਦੋਂ, ਕੋਈ ਡਿਜ਼ੀਜ਼ ਜਿਹੜੀ ਹੈ ਕਿਹੜਾ ਪੀਕ ਪੁਆਇੰਟ ਆ ਜਾਂਦਾ ਕਿ ਸਰਜਰੀ ਦੀ ਸਾਨੂੰ ਲੋੜ ਪੈਂਦੀ ਹੈ? ਜੀ, सबसे पहले हमको ये समझना चाहिए कि ਜਿਹੜੀ ਸਰਜਰੀ ਹੁੰਦੀ ਹੈਗੀ ਹੈ ਉਹ ਤੁਹਾਨੂੰ ਠੀਕ ਕਰਨ ਲਈ ਬਣੀ ਹੈ ਜੀ। ਠੀਕ ਹੈ ਜੀ। ਤੇ ਜੇ ਕੋਈ ਚੀਜ਼ ਹੈਗੀ ਜਿਸ ਤੋਂ ਅਸੀਂ ਠੀਕ ਹੁੰਦੇ ਹਾਂ, ਕੋਈ ਬਿਮਾਰੀ ਹੈ, ਉਸ ਦਾ ਇਲਾਜ ਹੈਗਾ, ਤਾਂ ਉਸ ਤੋਂ ਪਹਿਲੀ ਗੱਲ ਹੈ ਕਿ ਡਰਨ ਦੀ ਲੋੜ ਨਹੀਂ। ਡਰਨ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ। ਤੇ ਅੱਜ ਕੱਲ੍ਹ ਜਿੰਨੀ ਵੀ ਅਸੀਂ ਲੇਟੈਸਟ ਟੈਕਨੀਕਸ ਨਾਲ ਸਰਜਰੀ ਕਰਦੇ ਹਾਂ ਉਹ ਪੇਸ਼ੈਂਟਸ ਲਈ ਬਹੁਤ ਹੀ ਸੇਫ ਹੋ ਗਈਆਂ ਨੇ। ਉਹਨਾਂ ਦਾ ਜਿਹੜੇ ਰਿਜ਼ਲਟਸ ਹੈ ਉਹ ਵੀ ਬਹੁਤ ਚੰਗੇ ਹੋ ਗਏ ਨੇ। ਇਸ ਕਰਕੇ ਮੈਂ ਇਹੀ ਕਹਿਣਾ ਚਾਹੂੰਗਾ ਕਿ ਜਿਹੜੀ ਹੁਣ ਜਿਹੜਾ ਸਰਜਰੀ ਸ਼ਬਦ ਹੈ ਉਸ ਤੋਂ ਡਰਨ ਦੀ ਬਿਲਕੁਲ ਵੀ ਲੋੜ ਨਹੀਂ ਹੈ ਬਿਕੋਜ਼ ਇਹ ਹੁਣ ਬਹੁਤ ਹੀ ਇੱਕ ਸੇਫ ਪ੍ਰੋਸੀਜਰ ਹੁੰਦਾ ਹੈ। ਨਾਲ ਸੈਕੰਡਲੀ ਆਈ ਵੁੱਡ ਲਾਈਕ ਟੂ ਸੇ, ਇੰਗਲਿਸ਼ ਇੱਕ ਸੇਇੰਗ ਹੁੰਦੀ ਹੈ ਕਿ ਸਰਜਰੀ ਇਜ਼ ਐਨ ਆਰਟ। ਲੋਕੀ ਪੁੱਛਦੇ ਕਿ ਸਰਜਰੀ ਆਰਟ ਕਿਵੇਂ ਹੈ? ਇਟ ਇਜ਼ ਐਨ ਆਰਟ ਬਿਕੋਜ਼ ਇਟ ਇਜ਼ ਪਰਫਾਰਮਡ ਇਨ ਅ ਥੀਏਟਰ। ਕਿਉਂਕਿ ਅਸੀਂ ਆਪਰੇਸ਼ਨ ਥੀਏਟਰ ਵਿੱਚ ਸਰਜਰੀ ਕਰਦੇ ਹਾਂ, ਇਸ ਕਰਕੇ ਪੁਰਾਣੇ ਜ਼ਮਾਨੇ ਵਿੱਚ ਇਹੀ ਕਹਿੰਦੇ ਸੀਗੇ ਕਿ ਸਰਜਰੀ ਇਜ਼ ਐਨ ਆਰਟ। ਤੇ ਜੇ ਇੱਕ ਅਸੀਂ ਇਹ ਮੰਨ ਕੇ ਚੱਲੀਏ ਫਿਲਾਸਫੀਕਲ ਤੌਰ ਤੇ ਕਿ ਜੇ ਇੱਕ ਆਰਟ ਫਾਰਮ ਹੈ ਤਾਂ ਫਿਰ ਇਸ ਤੋਂ ਡਰਨ ਦੀ ਬਿਲਕੁਲ ਵੀ ਕੋਈ ਲੋੜ ਨਹੀਂ ਹੈ। ਜੇ ਸਰਜਰੀ ਦੀ ਆਪਾਂ ਗੱਲ ਕਰ ਰਹੇ ਹਾਂ, ਸਰਜਰੀ ਜਦੋਂ ਇਹ ਡਾਕਟਰ ਸਾਹਿਬ ਕਹਿੰਦੇ ਨੇ ਕਿ ਸਰਜਰੀ ਕਰਨੀ ਪਊ ਤਾਂ ਉਦੋਂ ਪੇਸ਼ੈਂਟ ਆ ਉਸਦੇ ਮਨ ਦੇ ਵਿੱਚ ਬਹੁਤ ਸਵਾਲ ਹੁੰਦੇ ਨੇ, ਕਿਉਂਕਿ ਅੱਜ ਕੱਲ੍ਹ ਹੋਰ ਡਿਜ਼ੀਜ਼ ਜਿਹੜੀਆਂ ਨੇ ਆਪਾਂ ਦੇਖਦੇ ਹਾਂ ਬਹੁਤ ਲੋਕਾਂ ਨੂੰ ਹੈਗੀਆਂ ਨੇ, ਚਾਹੇ ਉਹ ਹਾਈਪਰਟੈਂਸ਼ਨ ਦੀ ਗੱਲ ਹੋਵੇ, ਡਾਇਬਟੀਜ਼ ਦੀ ਗੱਲ ਹੋਵੇ, ਥਾਇਰਾਇਡ ਦੀ ਗੱਲ ਹੋਵੇ। ਤਾਂ ਇਹ ਸਾਰਿਆਂ ਦੇ ਨਾਲ ਜਦੋਂ ਕੋਈ ਪਰਸਨ ਜਿਹੜਾ ਹੈ ਉਹ ਪਹਿਲੀ ਸਫਰ ਕਰ ਰਿਹਾ ਹੈ ਉਹਨੂੰ ਫਿਰ ਸਰਜਰੀ ਕਿੰਨੇ ਕੁ ਧਿਆਨ ਦੇ ਨਾਲ ਜਾਂ ਕਰਾਉਣੀ ਪੈਂਦੀ ਹੈ, ਜਾਂ ਫਿਰ ਕਿਹੜੇ ਪ੍ਰੀਕਾਸ਼ਨ ਉਹਨੂੰ ਯੂਜ਼ ਕਰਨੇ ਪੈਂਦੇ ਨੇ? ਜੀ, ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਕਿਉਂਕਿ ਅੱਜ ਕੱਲ੍ਹ ਇਹ ਜਿਹੜੀ ਬਿਮਾਰੀ ਜਿਨ੍ਹਾਂ ਦਾ ਤੁਸੀਂ ਨਾਮ ਲਿਆ, ਬਲੱਡ ਪ੍ਰੈਸ਼ਰ ਦੀ ਬਿਮਾਰੀ, ਸ਼ੂਗਰ ਦੀ ਬਿਮਾਰੀ, ਇਹ ਲਾਈਫਸਟਾਈਲ ਪ੍ਰੋਬਲਮਸ ਹੈਗੀਆਂ ਨੇ। ਤੇ ਸੈਡਲੀ ਪੰਜਾਬ ਦੇ ਵਿੱਚ ਇਹ ਬਹੁਤ ਹੀ ਜ਼ਿਆਦਾ ਨੰਬਰ ਦੇ ਵਿੱਚ ਦੇਖੀਆਂ ਜਾਂਦੀਆਂ ਨੇ। ਜਿਹੜੇ ਵੀ ਪੇਸ਼ੈਂਟਸ ਇਹਨਾਂ ਪ੍ਰੋਬਲਮ ਨਾਲ ਸਫਰ ਕਰ ਰਹੇ ਹੁੰਦੇ ਆ ਤੇ ਉਹਨਾਂ ਨੂੰ ਕੋਈ ਸਰਜੀਕਲ ਪ੍ਰੋਬਲਮ ਹੁੰਦੀ ਹੈ ਜਿਹਦੀ ਸਰਜਰੀ ਕਰਨੀ ਚਾਹੀਦੀ ਹੈ। ਤੇ ਸਭ ਤੋਂ ਪਹਿਲਾਂ ਅਸੀਂ ਆਹੀ ਦੇਖਦੇ ਹਾਂ ਕਿ ਪੇਸ਼ੈਂਟ ਸਰਜਰੀ ਲਈ ਫਿਟ ਹੋਣਾ ਜ਼ਰੂਰੀ ਚਾਹੀਦਾ ਹੈ। ਯਾਨੀ ਉਹਦਾ ਜੇ ਉਹਨੂੰ ਬੀਪੀ ਹੈ ਤਾਂ ਬੀਪੀ ਕੰਟਰੋਲ 'ਚ ਹੋਣਾ ਚਾਹੀਦਾ ਹੈ। ਜੇ ਸ਼ੂਗਰ ਦੀ ਪ੍ਰੋਬਲਮ ਹੈਗੀ ਹੈ ਤੇ ਸ਼ੂਗਰ ਕੰਟਰੋਲ 'ਚ ਹੋਣੀ ਚਾਹੀਦੀ ਹੈ। ਜੇ ਥਾਇਰੋਇਡ ਦੀ ਪ੍ਰੋਬਲਮ ਹੈ ਤਾਂ ਥਾਇਰੋਇਡ ਦੀ ਪ੍ਰੋਬਲਮ ਵੀ ਕੰਟਰੋਲ 'ਚ ਹੋਣੀ ਚਾਹੀਦੀ ਹੈ। ਉਹਦੇ ਲਈ
ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਟੈਸਟ ਹੁੰਦੇ ਆ, ਜਿਵੇਂ ਸ਼ੂਗਰ ਲਈ ਸ਼ੂਗਰ ਦਾ ਟੈਸਟ ਹੁੰਦਾ, HbA1c ਟੈਸਟ ਹੁੰਦਾ ਹੈ, ਥਾਇਰਾਇਡ ਲਈ ਥਾਇਰਾਇਡ ਦੇ T3 T4 TSH ਇਹ ਟੈਸਟ ਹੁੰਦੇ ਆ, ਇਹ ਨਾਰਮਲ ਰੇਂਜ ਵਿੱਚ ਹੋਣੇ ਚਾਹੀਦੇ ਹੈ। BP ਅਸੀਂ ਮੋਨੀਟਰ ਕਰਕੇ ਦੇਖਦੇ ਹਾਂ ਪੇਸ਼ੈਂਟ ਦਾ। ਜੇ ਇਹਨਾਂ ਦੀ ਕੋਈ ਵੀ ਪ੍ਰੋਬਲਮ ਹੁੰਦੀ ਹੈ ਤੇ ਅਸੀਂ ਪੇਸ਼ੈਂਟ ਦੀ ਸਰਜਰੀ ਉਨੇ ਚਿਰ ਤੱਕ ਅਵੋਇਡ ਕਰ ਸਕਦੇ ਹਾਂ ਜਿੰਨੇ ਚਿਰ ਤੱਕ ਇਹ ਚੀਜ਼ਾਂ ਠੀਕ ਨਹੀਂ ਹੋ ਜਾਂਦੀਆਂ, ਅੰਟਿਲ ਐਂਡ ਅਨਲੈਸ ਇਟਸ ਐਨ ਐਮਰਜੈਂਸੀ। ਜੇ ਕੋਈ ਐਮਰਜੈਂਸੀ ਹੈ ਤਾਂ ਫਿਰ ਉਹ ਪੇਸ਼ੈਂਟ ਨਾਲ ਗੱਲ ਕਰਕੇ ਉਹਦਾ ਇਲਾਜ ਉਸੇ ਹਿਸਾਬ ਨਾਲ ਕੀਤਾ ਜਾਂਦਾ ਹੈ। ਬਟ ਪੇਸ਼ੈਂਟ ਦਾ ਓਵਰਆਲ ਫਿਟ ਹੋਣਾ ਸਰਜਰੀ ਤੋਂ ਪਹਿਲਾਂ ਪੇਸ਼ੈਂਟ ਲਈ ਬੜਾ ਜ਼ਰੂਰੀ ਹੈ। ਨਹੀਂ ਤਾਂ ਇੱਕ ਛੋਟੀ ਸਰਜਰੀ ਵੀ ਇੱਕ ਜਿਹੜਾ ਪੇਸ਼ੈਂਟ ਹੈ ਜਿਹਦੇ ਇਹ ਪ੍ਰੋਬਲਮਸ ਕੰਟਰੋਲ ਨਹੀਂ ਨੇ, ਉਹਦੇ ਕਰਕੇ ਪੇਸ਼ੈਂਟਸ ਨੂੰ ਬਹੁਤ ਸਾਰੀ ਸੀਰੀਅਸ ਕੰਪਲਿਕੇਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੈਟ ਇਜ਼ ਵਾਈ ਜਦੋਂ ਵੀ ਸਾਡੇ ਕੋਲ ਕੋਈ ਪੇਸ਼ੈਂਟ ਆਉਂਦਾ ਹੈ ਜਿਹਨੂੰ ਇਹ ਸਾਰੀ ਪ੍ਰੋਬਲਮਸ ਹੁੰਦੀਆਂ, ਅਸੀਂ ਆਹੀ ਪ੍ਰੈਫਰ ਕਰਦੇ ਹਾਂ ਕਿ ਉਹ ਸਾਡੇ ਕੋਲ ਜਿੰਨੇ ਵੀ ਸਪੈਸ਼ਲਿਸਟ ਡਾਕਟਰਸ ਹੈਗੇ, ਜਿਵੇਂ BP ਲਈ ਸਾਡੇ ਕੋਲ ਕਾਰਡੀਓਲੋਜਿਸਟ ਹੈਗੇ ਹੈ, ਥਾਇਰੋਇਡ ਲਈ ਸ਼ੂਗਰ ਲਈ ਸਾਡੇ ਕੋਲ ਉਹਦੇ ਸਪੈਸ਼ਲਿਸਟ ਡਾਕਟਰ ਹੈਗੇ ਹੈ, ਜੇ ਉਹਨੂੰ ਕਿਡਨੀ ਦੀ ਪ੍ਰੋਬਲਮ ਹੈ ਸਾਡੇ ਕੋਲ ਨੈਫਰੋਲੋਜਿਸਟ ਡਾਕਟਰ। ਸਾਰਿਆਂ ਤੋਂ ਸਲਾਹ ਲੈ ਕੇ ਪੇਸ਼ੈਂਟ ਦੀ ਫਿਟਨੈਸ ਲੈ ਕੇ ਫਿਰ ਹੀ ਉਹਨੂੰ ਸਰਜਰੀ ਲਈ ਦਿੱਤਾ ਜਾਂਦਾ ਹੈ। ਇੱਕ ਡਾਕਟਰ ਸਾਹਿਬ ਸਰਜਰੀਜ਼ ਦੇ ਲਈ ਕੋਈ ਏਜ ਫੈਕਟਰ ਵੀ ਮਾਇਨੇ ਰੱਖਦਾ ਹੈ? ਕਿਉਂਕਿ ਵੇਖਦੇ ਆਪਾਂ ਕੋਈ ਇਦਾਂ ਦੀਆਂ ਸਰਜਰੀਜ਼ ਹੁੰਦੀਆਂ ਜਿਹੜੀਆਂ 올ਡ ਏਜ 'ਚ ਜਾ ਕੇ ਮੁਸ਼ਕਲ ਹੋ ਜਾਂਦੀਆਂ, ਉਹ ਡਾਕਟਰ ਸਾਹਿਬ ਵੀ ਕਹਿੰਦੇ ਨੇ ਕਿ ਜਿਹੜਾ ਹੈ ਤੁਸੀਂ ਵੇਖ ਲਓ ਜਾਂ ਸਰ ਸਕਦਾ ਹੈ ਜਾਂ ਨਹੀਂ ਸਰ ਸਕਦਾ, ਪਰ ਇਹ ਹੈਗਾ ਕਿ ਏਜ ਫੈਕਟਰ ਵੀ ਮਾਇਨੇ ਰੱਖਦਾ ਹੈ। ਡੈਫੀਨਿਟਲੀ ਏਜ ਫੈਕਟਰ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਯੰਗ ਪੇਸ਼ੈਂਟਸ ਹੁੰਦੇ ਹੈ ਉਹਨਾਂ ਦੀ ਬਾਡੀ ਜ਼ਿਆਦਾ ਸਟਰੋਂਗ ਹੁੰਦੀ ਹੈ, ਉਹਨਾਂ ਦੀ ਰਿਕਵਰੀ ਵੀ ਉਨੀ ਰਿਕਵਰੀ ਵਧੀਆ ਹੁੰਦੀ ਹੈ, ਉਹਨਾਂ ਨੂੰ ਪੋਸਟ ਆਪਰੇਟਿਵ ਪੀਰੀਅਡ ਦੇ ਵਿੱਚ ਬਹੁਤਾ ਕੋਈ ਕੰਪਲਿਕੇਸ਼ਨਸ ਨਹੀਂ ਆਉਂਦੀਆਂ। ਲੇਕਿਨ ਜਿਵੇਂ ਜਿਵੇਂ ਏਜ ਵੱਧਦੀ ਜਾਂਦੀ ਹੈ, ਏਜ ਦੇ ਨਾਲ ਹੋਰ ਪ੍ਰੋਬਲਮਸ ਲੱਗਦੀਆਂ ਜਾਂਦੀਆਂ ਨੇ। ਇਸ ਕਰਕੇ ਜੇ ਪੇਸ਼ੈਂਟ ਦੀ ਸਰਜਰੀ ਹੁੰਦੀ ਹੈ because of the patient's age and the other problems, ਜਿਹੜੀ ਰਿਕਵਰੀ ਹੈ ਉਹ ਸਲੋ ਹੋ ਸਕਦੀ ਹੈ ਤੇ ਕੰਪਲਿਕੇਸ਼ਨ ਹੋਣ ਦਾ ਚਾਂਸ ਜ਼ਿਆਦਾ ਹੋ ਸਕਦਾ ਹੈ। ਇਸ ਕਰਕੇ ਅਸੀਂ ਸਰਜਰੀ ਉਦੋਂ ਹੀ ਕਰਦੇ ਹਾਂ ਜਦੋਂ ਅਸੀਂ ਇਹ ਮੰਨ ਕੇ ਚੱਲੀਏ ਕਿ ਅਸੀਂ ਪੇਸ਼ੈਂਟ ਨੂੰ ਹੋਣ ਵਾਲੇ ਐਕਸਟਰਾ ਰਿਸਕ ਫੈਕਟਰਸ ਨੂੰ ਬਿਲਕੁਲ ਹੀ ਕੰਟਰੋਲ ਜਾਂ ਬਿਲਕੁਲ ਹੀ ਮਿਨੀਮਲ ਲੈਵਲ ਤੇ ਰੱਖਿਆ ਹੋਇਆ ਹੈ। ਦੈਟ ਇਜ਼ ਦ ਬੈਸਟ ਟਾਈਮ ਟੂ ਗੋ ਹੈਡ ਵਿਦ ਦ ਸਰਜਰੀ। ਇੱਕ ਡਾਕਟਰ ਸਾਹਿਬ ਆਪਾਂ ਸਟੋਨਸ ਦੀ ਗੱਲ ਕਰਦੇ ਹਾਂ, ਵੱਖਰੀਆਂ ਪੱਥਰੀ ਜਿਹਨੂੰ ਆਪਾਂ ਪੰਜਾਬੀ ਭਾਸ਼ਾ 'ਚ ਕਹਿੰਦੇ ਹਾਂ, ਵੱਖੋ ਵੱਖਰੇ ਬੋਡੀ ਪਾਰਟਸ ਦੇ ਵਿੱਚ ਪੱਥਰੀਆਂ ਆ ਜਾਂਦੀਆਂ ਜੀ। ਤੇ ਪਹਿਲਾਂ ਤਾਂ ਇਹ ਦੱਸੋ ਕਿ ਪੱਥਰੀ ਬਣਨ ਦਾ ਕਾਰਨ ਕੀ ਹੈ ਜੀ? ਰੋਕਿਆ ਜਾ ਸਕਦਾ ਇਸ ਨੂੰ? ਜੇ ਰੋਕਿਆ ਜਾ ਸਕਦਾ ਤਾਂ ਸਰਜਰੀ ਕਿੱਥੋਂ ਤੱਕ ਹੈ ਕਿ ਸਰਜਰੀ ਨੂੰ ਟਾਲਿਆ ਜਾ ਸਕੇ ਜਾਂ ਫਿਰ ਐਟ ਲਾਸਟ ਸਰਜਰੀ ਇਹਦਾ ਫਾਈਨਲ ਟੱਚ ਹੈ? ਜਿਹੜਾ ਤੁਸੀਂ ਕੁਐਸਚਨ ਪੁੱਛਿਆ ਕਿ ਪੱਥਰੀ ਵੱਖਰੇ ਦੱਸਿਆ ਕਿ ਵੱਖ-ਵੱਖ ਆਰਗਨਸ ਦੇ ਵਿੱਚ ਬਣਦੀ ਹੈ, ਤੇ ਸਭ ਤੋਂ ਕਾਮਨਲੀ ਪੱਥਰੀ ਦੋ ਆਰਗਨਸ ਦੇ ਵਿੱਚ ਬਣਦੀ ਹੈ। ਇੱਕ ਹੈਗਾ ਕਿਡਨੀ ਯਾਨੀ ਗੁਰਦੇ, ਇੱਕ ਹੈਗਾ ਪਿੱਤੇ ਦੀ ਥੈਲੀ ਜਾਂ ਅੰਗਰੇਜ਼ੀ ਚ ਅਸੀਂ ਇਹਨੂੰ ਗਾਲ ਬਲੈਡਰ ਕਹਿੰਦੇ ਆ। ਗਾਲ ਬਲੈਡਰ ਸਟੋਨਸ ਜਿਹੜੇ ਹੈਗੇ, ਅਸੀਂ ਬੀਇੰਗ ਸਰਜਨਸ ਅਸੀਂ ਗਾਲ ਬਲੈਡਰ ਸਟੋਨਸ ਨਾਲ ਡੀਲ ਕਰਦੇ ਹਾਂ। ਤੇ ਗਾਲ ਬਲੈਡਰ ਸਟੋਨਸ ਬਣਨ ਦਾ ਸਭ ਤੋਂ ਜਿਹੜਾ ਕਾਮਨ ਕਾਰਨ ਹੈਗਾ ਉਹ ਹੈਗਾ ਸਾਡੀ ਡਾਈਟ ਤੇ ਸਾਡਾ ਲੈਕ ਆਫ ਐਕਸਰਸਾਈਜ਼। ਡਾਈਟ ਦੇ ਵਿੱਚ ਅਸੀਂ ਜਦੋਂ ਫੈਟੀ ਚੀਜ਼ਾਂ ਜ਼ਿਆਦਾ ਖਾਂਦੇ ਹਾਂ, ਆਇਲੀ ਚੀਜ਼ਾਂ, ਸਪਾਈਸੀ ਚੀਜ਼ਾਂ ਜ਼ਿਆਦਾ ਖਾਂਦੇ ਹਾਂ, ਤੇ ਉਹ ਸਾਡੇ ਬਾਡੀ ਦੇ ਅੰਦਰ ਕੋਲੇਸਟ੍ਰੋਲ ਦੀ ਜਿਹੜੀ ਲੈਵਲਸ ਹੁੰਦੇ ਉਹਨੂੰ ਵਧਾਉਂਦੇ ਆ, ਤੇ ਕੋਲੇਸਟ੍ਰੋਲ ਲੈਵਲਸ ਆਰ ਡਾਇਰੈਕਟਲੀ ਲਿੰਕਡ ਵਿਦ ਫਾਰਮੇਸ਼ਨ ਆਫ ਗਾਲ ਸਟੋਨਸ। ਤੇ ਇਸ ਕਰਕੇ ਜੇ ਸਾਡੀ ਡਾਈਟ ਠੀਕ ਨਹੀਂ ਹੈ ਤੇ ਦੂਜਾ ਸਾਡੀ ਫਿਜ਼ੀਕਲ ਐਕਟੀਵਿਟੀ ਘੱਟ ਹੈਗੀ ਹੈ, ਯਾਨੀ ਅਸੀਂ ਕੋਈ ਐਕਸਰਸਾਈਜ਼ ਨਹੀਂ ਕਰ ਰਹੇ ਹਾਂ, ਬਹੁਤ ਹੀ ਸੀਡੈਂਟਰੀ ਲਾਈਫਸਟਾਈਲ ਹੈ, ਇਨ ਦੈਟ ਕੇਸ ਸਾਨੂੰ ਗਾਲ ਸਟੋਨਸ ਹੋਣ ਦੀ ਜਿਹੜੀ ਗਾਲ ਸਟੋਨਸ ਹੋਣ ਦੀ ਕਾਫੀ ਜ਼ਿਆਦਾ ਰਹਿੰਦੀ ਹੈ। ਸਿਮਿਲਰਲੀ ਜੇ ਸਾਡਾ ਵਾਟਰ ਇਨਟੇਕ ਘੱਟ ਹੈਗਾ ਤੇ ਸਾਡੀ ਅਗੇਨ ਫਿਜ਼ੀਕਲ ਐਕਟੀਵਿਟੀਜ਼ ਘੱਟ ਨੇ ਤੇ ਉਹਦੇ ਵਿੱਚ ਕਿਡਨੀ ਸਟੋਨਸ ਬਣਨ ਦੀ ਗੁੰਜਾਇਸ਼ ਕਾਫੀ ਜ਼ਿਆਦਾ ਰਹਿੰਦੀ ਹੈ। ਜੇ ਮੈਂ ਗੱਲ ਕਰਾਂ ਤਾਂ ਆਪਣੇ ਬਹੁਤ ਸਾਰੀਆਂ ਮਿਥਸ ਬਣੀਆਂ ਹੋਈਆਂ ਨੇ, ਬਹੁਤ ਸਾਰੀਆਂ ਮਿਥ ਕ੍ਰੀਏਟ ਕੀਤੀਆਂ ਹੋਈਆਂ ਲੋਕਾਂ ਨੇ ਕਿ ਬੀਅਰ ਪੀ ਲਓ ਉਹਦੇ ਨਾਲ ਨਿਕਲ ਜਾਂਦੀ ਹੈ, ਸੋਡਾ ਪੀ ਲਓ ਉਹਦੇ ਨਾਲ ਨਿਕਲ ਜਾਂਦੀ ਹੈ, ਪਾਣੀ ਜ਼ਿਆਦਾ ਵਧਾ ਦਿਓ ਉਹਦੇ ਨਾਲ ਨਿਕਲ ਜਾਂਦੀ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਜਸਟ ਮਿਥ ਹੈ ਜਾਂ ਫਿਰ ਇਹ ਕੰਮ ਵੀ ਕਰਦੀਆਂ ਨੇ ਚੀਜ਼ਾਂ? ਦੇਖੋ ਬੇਸਿਕ ਪ੍ਰੀਮਾਈਸ ਜਿਹੜਾ ਹੈਗਾ ਮਿਥ ਦਾ ਇਹ ਹੈਗਾ ਕਿ ਪੇਸ਼ੈਂਟ ਕੋਈ ਪੀਣ ਵਾਲੀ ਚੀਜ਼ ਜ਼ਿਆਦਾ ਕੁਆਂਟੀਟੀ ਵਿੱਚ ਲਵੇ, ਲਿਕੁਇਡਸ। ਹਾਂਜੀ, ਜਿਵੇਂ ਅਸੀਂ ਪੇਸ਼ੈਂਟ ਨੂੰ ਕਹਿੰਦੇ ਹਾਂ, ਜੇ ਪੇਸ਼ੈਂਟ ਆਉਂਦੇ ਸਾਡੇ ਕੋਲ ਕਿਡਨੀ ਸਟੋਨਸ ਨਾਲ, ਪਹਿਲਾਂ ਅਸੀਂ ਇਹ ਕਲੀਅਰ ਕਰ ਲਈਏ ਕਿ ਜੋ ਗਾਲ ਸਟੋਨਸ ਹੁੰਦੇ ਆ ਉਹ ਲਿਕੁਇਡਸ ਨਾਲ ਨਹੀਂ ਨਿਕਲਦੇ। ਜਿਹੜੇ ਕਿਡਨੀ ਸਟੋਨਸ ਹੁੰਦੇ ਆ ਉਹਨਾਂ ਦਾ ਵੀ ਇੱਕ ਪਾਰਟਿਕੂਲਰ ਸਾਈਜ਼ ਹੁੰਦਾ ਹੈ ਵਿਚ ਇਜ਼ ਅਰਾਊਂਡ ਲੈਸ ਦੈਨ 7 mm। ਜੇ 7 mm ਜਾਂ 8 mm ਤੋਂ ਛੋਟੇ ਹੋਣਗੇ ਉਹਨਾਂ ਵਿੱਚ ਅਸੀਂ ਇਹ ਚੀਜ਼ ਟ੍ਰਾਇਲ ਦੇ ਸਕਦੇ ਹਾਂ ਕਿ ਅਸੀਂ ਪੇਸ਼ੈਂਟ ਨੂੰ ਇੱਕ ਹਾਈ ਲਿਕੁਇਡ ਉਹਨਾਂ ਨੂੰ ਕਹੀਏ ਕਿ ਆਪਣਾ ਲਿਕੁਇਡ ਇਨਟੇਕ ਹਾਈ ਰੱਖੋ, ਜਿਹਦੇ ਕਰਕੇ ਇਹ ਚੀਜ਼ ਬੋਡੀ ਤੋਂ ਫਲਸ਼ ਆਊਟ ਹੋ ਸਕਦੀ ਹੈ। ਅਦਰਵਾਈਜ਼ ਜੇ ਉਹਦਾ ਸਾਈਜ਼ 8 mm ਤੋਂ ਵੱਧ ਹੋਵੇ, 9 mm ਹੋਵੇ, 10 mm ਹੋਵੇ ਜਾਂ ਉਹ ਆਬਸਟ੍ਰਕਸ਼ਨ ਕਾਜ਼ ਕਰ ਰਿਹਾ ਹੋਵੇ, ਇਨ ਦੈਟ ਕੇਸ ਐਕਸਟਰਾ ਫਲੂਇਡ ਦੇਣ ਦਾ ਵੀ ਬਹੁਤਾ ਫਾਇਦਾ ਨਹੀਂ ਹੈ, ਫਿਰ ਪੇਸ਼ੈਂਟ ਨੂੰ ਸਰਜਰੀ ਵੱਲ ਹੀ ਜਾਣਾ ਪੈਂਦਾ ਹੈ। ਇੱਕ ਬਹੁਤ ਸਾਰੇ ਜਿਹੜੇ ਪੇਸ਼ੈਂਟ ਅੱਜ ਕੱਲ੍ਹ ਜੇ ਆਪਾਂ ਗੱਲ ਕਰੀਏ ਤਾਂ ਪਾਇਲਸ ਤੋਂ ਬਹੁਤ ਜਿਹੜੇ ਨੇ ਇੰਪੈਕਟਡ ਨੇ, ਬਹੁਤ ਜ਼ਿਆਦਾ
ਪਾਇਲਸ ਦਾ ਜੇ ਆਪਾਂ ਦੇਖੀ ਬਵਾਸੀਰ ਜਿਹਨੂੰ ਪੰਜਾਬੀ ਚ ਕਹਿੰਦੇ ਆ, ਬਹੁਤ ਸਾਰੇ ਪੇਸ਼ੈਂਟ ਮਿਲ ਜਾਂਦੇ ਆਪਾਂ ਨੂੰ। ਤਾਂ ਬੜੀ ਕਾਮਨ ਇਹ ਜਿਹੜੀ ਡਿਜ਼ੀਜ਼ ਹੋ ਚੁੱਕੀ ਹੈ, ਤੇ ਇਹਦੇ ਪਿੱਛੇ ਕੀ ਕਾਰਨ ਮੰਨਦੇ ਹੋ ਸੀ? ਇਹ ਡਿਜ਼ੀਜ਼ ਜਿਹੜੀ ਹੈ ਕਦੋਂ ਤੋਂ ਬੰਦੇ ਨੂੰ ਪਤਾ ਲੱਗ ਜਾਂਦਾ? ਕਦੇ ਇਹ ਵੀ ਪਤਾ ਲੱਗ ਸਕਦਾ ਪੇਸ਼ੈਂਟ ਨੂੰ ਕਿ ਮੈਨੂੰ ਬਵਾਸੀਰ ਹੋ ਗਈ ਹੈ, ਜਾਂ ਫਿਰ ਡਾਇਗਨੋਸਿਸ ਤੋਂ ਬਾਅਦ ਹੀ ਹੁੰਦਾ? ਪਾਇਲਸ ਇੱਕ ਬਹੁਤ ਹੀ ਕਾਮਨ ਪ੍ਰੋਬਲਮ ਹੈ ਜੀ। ਤੇ ਪਾਇਲਸ ਦਾ ਸਭ ਤੋਂ ਕਾਮਨ ਸਿੰਪਟਮ ਜਿਹੜਾ ਹੁੰਦਾ ਹੈ ਉਹ ਹੁੰਦਾ ਹੈ ਕਿ ਜਿਹੜਾ ਸਟੂਲਸ ਪਾਸ ਕਰਦੇ ਹੈ ਉਹਦੇ ਨਾਲ ਬਲੀਡਿੰਗ ਹੁੰਦੀ ਹੈ। ਕਈ ਵਾਰ ਪੇਸ਼ੈਂਟਸ ਨੂੰ ਇੱਕ ਜਾਂ ਦੋ ਵਾਰ ਬਲੀਡਿੰਗ ਤੋਂ ਬਾਅਦ ਬਲੀਡਿੰਗ ਰੁਕ ਜਾਂਦੀ ਹੈ। ਪੇਸ਼ੈਂਟ ਨੂੰ 4 ਮਹੀਨੇ 6 ਮਹੀਨੇ 'ਚ ਪ੍ਰੋਬਲਮ ਹੁੰਦੀ ਹੈ ਕਿ ਇੱਕ ਅੱਧੀ ਵਾਰ ਕਦੀ ਸਟੂਲ ਦੇ ਵਿੱਚ ਬਲੀਡਿੰਗ ਆ ਗਈ। ਕਈ ਵਾਰ ਪੇਸ਼ੈਂਟਸ ਇਸ ਚੀਜ਼ ਨੂੰ ਸੀਰੀਅਸਲੀ ਨਹੀਂ ਲੈਂਦੇ ਹੈ, ਇਸ ਕਰਕੇ ਉਹਨਾਂ ਦਾ ਜਿਹੜਾ ਪਾਇਲਸ ਦੀ ਸਟੇਜ ਹੈ ਜਾਂ ਪਾਇਲਸ ਦੀ ਗ੍ਰੇਡ ਹੈ ਉਹ ਹੌਲੀ ਕਰਕੇ ਵੱਧ ਜਾਂਦੀ ਹੈ। ਤੇ ਕਈ ਵਾਰ ਪੇਸ਼ੈਂਟਸ ਨੂੰ ਉਦੋਂ ਪਤਾ ਲੱਗਦਾ ਜਦੋਂ ਬਲੀਡਿੰਗ ਹੁੰਦੀ ਹੈ ਤੇ ਲੈਟਰਿਨ ਦੇ ਰਸਤੇ ਉਹਨਾਂ ਨੂੰ ਕੋਈ ਮਾਸ ਜਾਂ ਮੱਸਾ ਫੀਲ ਹੁੰਦਾ ਹੈ। ਜਦੋਂ ਇਸ ਸਟੇਜ ਤੇ ਪੇਸ਼ੈਂਟ ਸਾਡੇ ਕੋਲ ਆਉਂਦੇ ਹੈ ਉਸ ਟਾਈਮ ਤੱਕ ਉਹ ਪ੍ਰੋਬਲਮ ਇੰਨੀ ਵੱਧ ਚੁੱਕੀ ਹੁੰਦੀ ਹੈ ਕਿ ਉਹਦਾ ਇਲਾਜ ਸਿਰਫ ਸਰਜਰੀ ਹੈ ਤੇ ਸਿੰਪਟਮਸ ਵੀ ਪੇਸ਼ੈਂਟ ਦੇ ਉਦੋਂ ਰਿਲੀਫ ਨਹੀਂ ਹੋ ਸਕਦੇ। ਜੇ ਪੇਸ਼ੈਂਟ ਕਈ ਵਾਰ ਸਾਡੇ ਕੋਲ ਅਰਲੀ ਸਟੇਜ ਤੇ ਆ ਜਾਣ ਕਿ ਜੀ ਸਾਨੂੰ ਸਿਰਫ ਬਲੀਡਿੰਗ ਹੋਈ ਹੈ, ਉਦੋਂ ਅਸੀਂ ਪੇਸ਼ੈਂਟ ਨੂੰ ਚੰਗੀ ਤਰ੍ਹਾਂ ਐਗਜ਼ਾਮਿਨ ਕਰਕੇ ਦੱਸ ਸਕਦੇ ਹਾਂ ਜੀ ਕਿ ਤੁਹਾਨੂੰ ਪਾਇਲਸ ਦੀ ਪ੍ਰੋਬਲਮ ਹੈ, ਇਨੀਸ਼ੀਅਲ ਸਟੇਜ ਤੇ ਹੈਗੀ ਹੈ। ਔਰ and because ਉਸ ਟਾਈਮ ਤੱਕ ਪੇਸ਼ੈਂਟ ਨੂੰ ਸਿਰਫ ਬਲੀਡਿੰਗ ਦਾ ਸਿੰਪਟਮ ਹੁੰਦਾ ਹੈ, at that time the patient can wait for say 3 months or 6 months for the surgery। ਲੇਕਿਨ ਇੱਕ ਵਾਰ ਜਦੋਂ ਪੇਸ਼ੈਂਟ ਦੇ ਮੱਸੇ ਬਾਹਰ ਨਿਕਲ ਆਏ ਹੈ ਤੇ ਮੱਸਿਆਂ ਦੇ ਵਿੱਚ ਇਨਫੈਕਸ਼ਨ ਦਾ ਡਰ ਰਹਿੰਦਾ ਹੈ ਜਾਂ ਮੱਸੇ ਵੱਡੇ ਹੋ ਕੇ ਉਹਨਾਂ ਤੋਂ ਬਲੀਡਿੰਗ ਜ਼ਿਆਦਾ ਨਿਕਲ ਸਕਦੀ ਹੈ, ਇਸ ਕਰਕੇ in that case the surgery cannot be delayed too much। ਇੱਕ ਕੱਟ ਨੂੰ ਲੈ ਕੇ ਬੜਾ ਉਹ ਡਰ ਬਹਿ ਜਾਂਦਾ ਜਦੋਂ ਪਾਇਲਸ ਦੀ ਆਪਾਂ ਗੱਲ ਕਰਦੇ ਸਰਜਰੀ ਹੁੰਦੀ ਹੈ ਤਾਂ ਪੇਸ਼ੈਂਟ ਜਿਹੜੇ ਆਮ ਤੌਰ ਤੇ ਆਪਾਂ ਵੇਖਦੇ ਆ ਕਿ ਕੱਟ ਜਿਹੜਾ ਹੁੰਦਾ ਜਿਹਨੂੰ ਪੰਜਾਬੀ ਚ ਚੀਰਾ ਕਹਿੰਦੇ ਆ, ਕਹਿੰਦੇ ਉਹ ਜ਼ਿਆਦਾ ਦੇ ਦਿੰਦੇ ਤੇ ਉਹਦੇ ਕਰਕੇ ਵੀ ਕੋਈ ਮੁਸ਼ਕਿਲ ਆਉਂਦੀ ਆ। ਉਹ ਚੀਜ਼ ਨੂੰ ਕੋਈ ਆਪਾਂ ਈਜ਼ੀ ਵੇਜ ਵਿੱਚ ਕਰ ਸਕਦੇ ਆ ਕਿ ਜਿਹੜਾ ਕੱਟ ਹੈ ਉਹਨੂੰ ਵੀ ਛੋਟਾ ਕੀਤਾ ਜਾਵੇ? ਜੀ ਜਦੋਂ ਅੱਜ ਤੋਂ 5 ਸਾਲ ਪਹਿਲਾਂ 10 ਸਾਲ ਪਹਿਲਾਂ ਅਸੀਂ ਪਾਇਲਸ ਦੀ ਟ੍ਰੀਟਮੈਂਟ ਦੀ ਗੱਲ ਕਰਦੇ ਸੀਗੇ, ਜਿਹੜਾ ਆਪਰੇਸ਼ਨ ਹੁੰਦਾ ਸੀਗਾ ਉਹ ਕੱਟ ਵਾਲਾ ਆਪਰੇਸ਼ਨ ਨਹੀਂ ਹੁੰਦਾ ਸੀਗਾ, ਉਹਨੂੰ ਅਸੀਂ ਚੀਰੇ ਵਾਲਾ ਆਪਰੇਸ਼ਨ ਕਹਿੰਦੇ ਸੀਗੇ, ਜਿਸ ਦੇ ਵਿੱਚ ਅਸੀਂ ਕੀ ਕਰਦੇ ਸੀਗੇ ਕਿ ਜਿਹੜਾ ਪਾਇਲਸ ਦਾ ਮੱਸਾ ਹੈ ਜਾਂ ਬਵਾਸੀਰ ਦਾ ਮੱਸਾ ਹੈ ਉਹਨੂੰ ਕੱਟ ਲਗਾ ਕੇ ਉਹਨੂੰ ਜੜ ਤੱਕ ਜਿਹੜੀ ਉਹਦੀ ਖੂਨ ਦੀ ਨਸ ਜਿੱਥੋਂ ਨਿਕਲਦੀ ਹੈ ਉੱਥੇ ਜਾ ਕੇ ਟਾਂਕਾ ਲਾ ਦਿੰਦੇ ਸੀਗੇ। ਤੇ ਉਹਦੇ ਨਾਲ ਕੀ ਹੁੰਦਾ ਸੀਗਾ, ਜਿਹੜਾ ਜ਼ਖਮ ਸੀਗਾ ਉਹ ਜ਼ਖਮ ਕਾਫੀ ਵੱਡਾ ਬਣਦਾ ਸੀਗਾ। ਤੇ ਇਹੀ ਜਗ੍ਹਾ ਇਹ ਜਿਹੀ ਹੁੰਦੀ ਹੈ ਕਿ ਇੱਥੇ ਟਾਂਕੇ ਨਹੀਂ ਲਾ ਸਕਦੇ, ਟਾਂਕੇ ਬਹੁਤ ਪੇਨਫੁਲ ਹੁੰਦੇ ਆ ਪੇਸ਼ੈਂਟ ਲਈ, ਤੇ ਉਹ ਜ਼ਖਮ ਖੁੱਲਾ ਰੱਖਿਆ ਜਾਂਦਾ ਸੀ। ਖੁੱਲਾ ਰੱਖਣ ਕਰਕੇ ਇਹਦੇ ਤੋਂ ਕਾਫੀ ਜ਼ਿਆਦਾ ਬਲੀਡਿੰਗ ਵੀ ਹੋ ਸਕਦੀ ਸੀ, ਪੇਸ਼ੈਂਟ ਨੂੰ ਬਾਰ-ਬਾਰ ਦਰਦ ਹੁੰਦਾ ਸੀਗਾ, ਜਦੋਂ ਵੀ ਪੇਸ਼ੈਂਟ ਨੇ ਸਟੂਲ ਪਾਸ ਕਰਨ ਜਾਣਾ ਉਹਨੂੰ ਇੱਕ ਡਿਸਕੰਫਰਟ ਫੀਲ ਹੁੰਦੀ ਸੀਗੀ। ਇਸ ਕਰਕੇ ਇਹ ਲੋਕਾਂ ਦੇ ਮਨ ਦੇ ਵਿੱਚ ਡਰ ਬਹਿ ਚੁੱਕਿਆ ਹੈ ਕਿ ਪਾਇਲਸ ਆਪਰੇਸ਼ਨ ਤੋਂ ਬਾਅਦ ਸਾਨੂੰ ਦਿੱਕਤ ਆਏਗੀ। ਲੇਕਿਨ ਇਹਦਾ ਇਲਾਜ ਹੁਣ ਇਹ ਹੈਗਾ ਕਿ ਅਸੀਂ ਸਾਡੇ ਹਸਪੀਟਲ ਵਿੱਚ ਇਹਦਾ ਇਲਾਜ, ਇਹਦੀ ਜਿਹੜੀ ਸਰਜਰੀ ਹੈ ਉਹ ਲੇਜ਼ਰ ਰਾਹੀਂ ਕਰ ਰਹੇ ਹਾਂ। ਲੇਜ਼ਰ ਦਾ ਸਭ ਤੋਂ ਵੱਡਾ ਬੈਨੀਫਿਟ ਇਹ ਹੈਗਾ ਕਿ ਇਸ ਦੇ ਵਿੱਚ ਕੋਈ ਅਸੀਂ ਇੰਨਾ ਵੱਡਾ ਕੱਟ ਨਹੀਂ ਲਗਾਉਂਦੇ। ਜਿਹੜੀ ਲੇਜ਼ਰ ਹੁੰਦੀ ਹੈ ਉਹਨੇ ਪਾਇਲਸ ਦੇ ਮੱਸੇ ਨੂੰ ਬਰਨ ਕਰ ਦੇਣਾ, ਉਹਨੂੰ ਜਲਾ ਦੇਣਾ, ਤੇ ਜਲਾ ਕੇ ਉਹ ਜਿਹੜਾ ਮੱਸਾ ਹੈ ਉਹ ਸੁੰਗੜ ਜਾਂਦਾ ਹੈ, ਉਹਦਾ ਸਾਈਜ਼ ਹੌਲੀ ਕਰਕੇ ਸ਼ਰਿੰਕ ਕਰ ਜਾਂਦਾ ਹੈ। ਤੇ ਇਹ ਪ੍ਰੋਸੈਸ ਇੰਨਾ ਸਲੋ ਹੁੰਦਾ ਹੈ, ਬੋਡੀ ਦੇ ਫਿਜ਼ੀਓਲੋਜੀ ਦੇ ਅਕੋਰਡਿੰਗਲੀ ਹੁੰਦਾ ਹੈ ਕਿ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਨਾ ਕੋਈ ਪੇਨ ਹੁੰਦੀ ਹੈ ਕਿਉਂਕਿ ਅਸੀਂ ਕੋਈ ਕੱਟ ਨਹੀਂ ਲਾਇਆ ਹੈ, ਤੇ ਨਾ ਹੀ ਉੱਥੇ ਉਹਨੂੰ ਕੋਈ ਬਲੀਡਿੰਗ ਹੁੰਦੀ ਹੈ। ਤੇ ਇਹਦੇ ਕਰਕੇ ਪੇਸ਼ੈਂਟ ਨੂੰ ਆਪਰੇਸ਼ਨ ਤੋਂ ਬਾਅਦ ਕੋਈ ਬਹੁਤ ਜ਼ਿਆਦਾ ਡਿਸਕੰਫਰਟ ਨਹੀਂ ਹੁੰਦੀ ਹੈ। ਸੋ ਐਜ਼ ਕੰਪੇਅਰ ਟੂ ਐਨ ਓਪਨ ਪ੍ਰੋਸੀਜਰ ਜਿਹੜਾ ਆਪਾਂ ਪਹਿਲਾਂ ਕਰਦੇ ਸੀ, ਲੇਜ਼ਰ ਇਜ਼ ਅ ਵੈਰੀ ਸੇਫ ਐਂਡ ਅ ਵੈਰੀ ਕੰਫਰਟਿੰਗ ਸਰਜਰੀ, ਈਜ਼ੀ ਪ੍ਰੋਸੀਜਰ ਹੈਗਾ ਟੋਲਰੇਟ ਕਰਨਾ ਪੇਸ਼ੈਂਟ ਲਈ। ਤੇ ਕਦੋਂ ਤੋਂ ਲੇਜ਼ਰ ਆਪਰੇਸ਼ਨ ਤੋਂ ਬਾਅਦ ਕਦੋਂ ਤੋਂ ਜਿਹੜਾ ਪੇਸ਼ੈਂਟ ਆ ਉਹ ਆਪਣੇ ਨਾਰਮਲ ਕੰਡੀਸ਼ਨ ਦੇ ਵਿੱਚ ਆ ਜਾਂਦਾ, ਜਾਂ ਉਹਨੂੰ ਕੋਈ परहेज क्योर रखने की, कोई प्रिकॉशन रखने की कोई लोड है? जी, लेजर ऑपरेशन के बाद जैसे मैंने आपको बताया कि इसमें हम लोग कोई कट वगैरह नहीं लगाते हैं, सिर्फ उसने लेजर ने उस टिश्यू को बर्न करना होता है। जिथे बर्न होएगा उत्थे माड़ी मोटी सोजिश आ सकती है। वो सोजिश करके पेशेंट ਨੂੰ ਆਪਰੇਸ਼ਨ ਤੋਂ 1-2 ਦਿਨ ਜਾਂ 3-4 ਦਿਨ ਵਾਸਤੇ ਪੇਸ਼ੈਂਟ ਨੂੰ ਕੋਈ ਡਿਸਕੰਫਰਟ ਹੋ ਸਕਦਾ, ਉਹਨੂੰ ਹੈਵੀਨੈਸ ਲੱਗ ਸਕਦੀ ਹੈ, ਬਟ ਇਸ ਹੈਵੀਨੈਸ ਤੋਂ ਇਲਾਵਾ ਪੇਸ਼ੈਂਟ ਨੂੰ ਹੋਰ ਕੋਈ ਪ੍ਰੋਬਲਮ ਨਹੀਂ ਆਉਂਦੀ ਹੈ। ਤੇ ਪੇਸ਼ੈਂਟ 3 ਜਾਂ 4 ਦਿਨ ਤੋਂ ਬਾਅਦ ਆਪਣੀ ਸਾਰੀ ਰੂਟੀਨ ਐਕਟੀਵਿਟੀਜ਼, ਜਿਵੇਂ ਪੇਸ਼ੈਂਟ ਨੇ ਆਫਿਸ ਜਾਣਾ ਹੈ, ਪੇਸ਼ੈਂਟ ਨੇ ਆਪਣੇ ਡੇ ਟੂ ਡੇ ਕੰਮ ਕਰਨੇ ਹੈ, ਸਪੋਜ਼ ਕਰੋ ਕਿ ਕੋਈ ਹਾਊਸਵਾਈਫ ਹੈ, ਉਹਨੇ ਆਪਣੇ ਡੇ ਟੂ ਡੇ ਕੰਮ ਕਰਨੇ ਹੈ, ਕਿਚਨ ਵਿੱਚ ਕੁਕਿੰਗ ਕਰਨੀ ਹੈ, ਘਰ ਦਾ ਸਾਫ ਸਫਾਈ ਦਾ ਧਿਆਨ ਰੱਖਣਾ ਹੈ, ਉਹ ਸਾਰੇ ਕੰਮ 3 ਜਾਂ 4 ਦਿਨਾਂ ਵਿੱਚ ਪੇਸ਼ੈਂਟ ਨਾਰਮਲੀ ਬਿਲਕੁਲ ਸਟਾਰਟ ਕਰ ਸਕਦੇ ਹੈ। ਹਾਂਜੀ। ਇੱਕ ਡਾਕਟਰ ਸਾਹਿਬ ਆਪਾਂ ਹਰਨੀਆਂ ਦੀ ਗੱਲ ਕਰਨੀ ਹੈ। ਹਰਨੀਆਂ ਦੀ ਜਿਹੜੀ ਇਹ ਵੀ ਇੱਕ ਕਾਮਨ ਅੱਜ ਕੱਲ੍ਹ ਡਿਜ਼ੀਜ਼ ਹੋ ਗਈ ਹੈ। ਹਰਨੀਆਂ ਦੀ ਪਹਿਲੀ ਗੱਲ ਤਾਂ ਬੇਸਿਕਲੀ ਇਹਦਾ ਜੜ ਕੀ ਹੈ, ਇਹਦੀਆਂ ਰੂਟਸ ਕੀ ਨੇ, ਇਹ ਸਮਝਾ ਦਿਓ, ਤੇ ਇੱਕ ਇਹਦੇ ਕਾਰਨ ਕੀ ਹੋ ਜਾਂਦੇ ਨੇ, ਜਾਂ ਪਤਾ ਕਦੋਂ ਲੱਗੇ ਕਿ ਸਿੰਪਟਮਸ ਕੀ ਨੇ, ਲੱਛਣ ਕੀ ਨੇ ਕਿ ਸਾਨੂੰ ਇਹ ਪ੍ਰੋਬਲਮ ਆ ਰਹੀ ਹੈ? ਸਭ ਤੋਂ ਪਹਿਲਾਂ ਤਾਂ ਅਸੀਂ ਹਰਨੀਆਂ ਦੇ ਵਿੱਚ ਇਹ ਦੇਖਣਾ ਹੁੰਦਾ ਹੈ ਕਿ
ਹਰਨੀਆ ਹੈ ਕੀ ਹੈ, ਹਰਨੀਆ ਕਦੋਂ ਬਣਦਾ ਹੈ ਤੇ ਹਰਨੀਆ ਕਿਵੇਂ ਬਣਦਾ ਹੈ। ਠੀਕ ਹੈ ਜੀ। ਪਹਿਲੀ ਗੱਲ ਇਹ ਹੈਗੀ ਕਿ ਕਈ ਵਾਰ ਇਹ ਜਮਾਂਦਰੂ ਤੌਰ ਤੇ ਬੱਚਿਆਂ ਦੇਖਿਆ ਜਾਂਦਾ ਹੈ ਤੇ ਉਹਨੂੰ ਅਸੀਂ ਕੰਜਨਾਈਟਲ ਹਰਨੀਆ ਕਹਿੰਦੇ ਹਾਂ ਤੇ 6 ਮਹੀਨੇ ਸਾਲ ਭਰ ਦੀ ਏਜ ਦੇ ਵਿੱਚ ਇਹਦਾ ਬਹੁਤ ਸੇਫਲੀ ਸਰਜਰੀ ਕਰਕੇ ਇਹਦਾ ਇਲਾਜ ਹੋ ਜਾਂਦਾ ਹੈ। ਠੀਕ ਹੈ ਜੀ। ਦੂਸਰਾ ਅਸੀਂ ਇਹ ਦੇਖਣਾ ਹੈ ਕਿ ਇਹ ਕਿਹੜੀ ਏਜ ਗਰੁੱਪ ਤੇ ਕਿਹਨੂੰ ਹੁੰਦਾ ਹੈ। ਠੀਕ ਹੈ। ਫੀਮੇਲਸ ਦੇ ਵਿੱਚ ਯੂਜੂਅਲੀ ਪ੍ਰੈਗਨੈਂਸੀ ਤੋਂ ਬਾਅਦ ਸਪੈਸੀਫਿਕਲੀ ਜਿਹੜੀ ਕੋਈ ਫੀਮੇਲ ਹੈਗੀ ਹੈ ਜਿਹਦੀ 2 ਜਾਂ 3 ਪ੍ਰੈਗਨੈਂਸੀਜ਼ ਹੋਈਆਂ ਨੇ, ਉਹਦੇ ਕਰਕੇ ਉਹਨਾਂ ਦਾ ਜਿਹੜਾ ਪੇਟ ਦਾ ਮਸਕੂਲੇਚਰ ਹੈ, ਮਾਸਪੇਸ਼ੀਆਂ ਨੇ, ਉਹ ਕਮਜ਼ੋਰ ਹੋ ਜਾਂਦੀਆਂ। ਇਸ ਕਰਕੇ ਉਹਨਾਂ ਦੀ ਜਿਹੜੀ ਨਾਭੀ ਵਾਲਾ ਰਸਤਾ ਹੈ ਉੱਥੇ ਕਮਜ਼ੋਰੀ ਬਹੁਤ ਜ਼ਿਆਦਾ ਆ ਜਾਂਦੀ ਹੈ, ਉੱਥੇ ਹਰਨੀਆ ਦੇਖਿਆ ਜਾਂਦਾ ਹੈ। ਮੇਲਸ ਦੇ ਵਿੱਚ ਜਿਹੜੇ ਯੰਗਰ ਏਜ ਗਰੁੱਪ ਵਾਲੇ ਮੇਲਸ ਹੈਗੇ ਉਹਦੇ ਵਿੱਚ ਜਿਹੜੇ ਐਕਸਰਸਾਈਜ਼ ਕਰਦੇ ਆ ਜਾਂ ਕੋਈ ਬਹੁਤ ਫਿਜ਼ੀਕਲ ਐਕਟੀਵਿਟੀ ਕਰਦੇ ਆ ਲੇਕਿਨ ਉਹਨਾਂ ਦਾ ਸਰੀਰ ਕਮਜ਼ੋਰ ਹੁੰਦਾ, ਉਹਨਾਂ ਦੀ ਫਿਜ਼ੀਕਲ ਐਕਟੀਵਿਟੀ ਨੂੰ ਸਪੋਰਟ ਨਹੀਂ ਕਰ ਸਕਦਾ, ਉਹਨਾਂ ਦੇ ਵਿੱਚ ਇਹ ਹਰਨੀਆ ਗ੍ਰੋਇਨ ਦੇ ਰੀਜਨ ਦੇ ਵਿੱਚ ਦੇਖਿਆ ਜਾਂਦਾ ਹੈ। ਗ੍ਰੋਇਨ ਉਹ ਹਿੱਸਾ ਹੁੰਦਾ ਹੈ ਬੋਡੀ ਦਾ ਜਿੱਥੇ ਪੇਟ ਖਤਮ ਹੁੰਦਾ ਹੈ ਤੇ ਥਾਈਸ ਸ਼ੁਰੂ ਹੁੰਦੀਆਂ ਨੇ। ਤੇ 올ਡ ਏਜ ਵਿੱਚ ਆਫਟਰ ਦੀ ਏਜ ਆਫ ਸੇ 60 65 ਜਦੋਂ ਉਦਾਂ ਹੀ ਬੋਡੀ ਦੇ ਵਿੱਚ ਵੀਕਨੈਸ ਆ ਜਾਂਦੀ ਹੈ, ਉਦੋਂ ਇਹ ਹਰਨੀਆ ਗ੍ਰੋਇਨ ਦੇ ਵਿੱਚ ਮੇਲਸ ਦੇ ਵਿੱਚ ਨਾਰਮਲੀ ਦੇਖਿਆ ਜਾਂਦਾ ਹੈ। ਇਹਦਾ ਸਭ ਤੋਂ ਕਾਮਨ ਕਾਰਨ ਇਹ ਹੈਗਾ ਹੈ ਕਿ ਜਿਵੇਂ ਮੈਂ ਦੱਸਿਆ ਕਿ ਫਿਜ਼ੀਕਲ ਐਕਟੀਵਿਟੀ ਯੰਗ ਮੇਲਸ ਕਰਦੇ ਹੈ, ਉਹਦਾ ਹੁੰਦਾ ਹੈ ਕਿ ਉਹਦੇ ਨਾਲ ਕੀ ਹੁੰਦਾ ਹੈ ਕਿ ਪੇਟ ਦੇ ਅੰਦਰ ਦਾ ਪ੍ਰੈਸ਼ਰ ਇੰਕਰੀਜ਼ ਕਰਦਾ ਹੈ। ਪੇਟ ਦੇ ਅੰਦਰ ਦਾ ਪ੍ਰੈਸ਼ਰ ਇੰਕਰੀਜ਼ ਕਰਨ ਨਾਲ ਜਿਹੜੀ ਵੀ ਕੋਈ ਚੀਜ਼ ਵੀਕ ਹੋਏਗੀ ਉਸ ਤੇ ਖਿਚਾਓ ਪਏਗਾ, ਹੌਲੀ ਹੌਲੀ ਕਰਕੇ ਉਹ ਖਿਚਾਓ ਜਿਹੜਾ ਹੈ ਵੱਧਦਾ ਰਹਿੰਦਾ ਹੈ, ਜਿਹਦੇ ਕਰਕੇ ਉਸ ਤੇ ਡਿਫੈਕਟ ਬਣ ਜਾਂਦਾ ਹੈ ਜਾਂ ਛੇਦ ਬਣ ਜਾਂਦਾ ਹੈ, ਜਿਹਦੇ ਕਾਰਨ ਪੇਟ ਦੇ ਅੰਦਰ ਦਾ ਸਮਾਨ ਬਾਹਰ ਮਾਸਪੇਸ਼ੀਆਂ ਤੋਂ ਬਾਹਰ ਨਿਕਲ ਕੇ ਸਕਿਨ ਦੇ ਥੱਲੇ ਆ ਜਾਂਦਾ ਹੈ। ਕਈ ਵਾਰ ਕਈ ਪੇਸ਼ੈਂਟਸ ਹੁੰਦੇ ਜਿਨ੍ਹਾਂ ਨੂੰ ਜ਼ਿਆਦਾ ਜ਼ੋਰ ਲਾਉਣ ਨਾਲ ਵੀ ਹੋ ਜਾਂਦਾ, ਜਿਵੇਂ ਜਿਮ ਵਗੈਰਾ ਜਾਂਦੇ ਨੇ ਤਾਂ ਕਈ ਲੋਕੀ ਹੁੰਦੇ ਆ ਉਹ ਜਿਮ ਜਾਂਦੇ ਆ, ਜਿਮ ਤੇ ਜ਼ਿਆਦਾ weight ਚੱਕਣ ਨਾਲ ਉਹਨਾਂ ਨੂੰ ਕਈ ਵਾਰ ਇੱਕਦਮ ਹੀ ਫੀਲਿੰਗ ਆਉਂਦੀ ਹੈ ਕਿ ਸਾਡੇ ਗ੍ਰੋਇਨ ਦੇ ਵਿੱਚ ਕੋਈ ਸਵੈਲਿੰਗ ਆ ਗਈ ਹੈ। that is a very common presentation। ਤੇ ਕਈ ਵਾਰ ਕਈ ਪੇਸ਼ੈਂਟਸ ਹੁੰਦੇ ਹਨ ਜਿਨ੍ਹਾਂ ਨੂੰ ਕਈ ਪ੍ਰੋਬਲਮਸ ਰਹਿੰਦੀਆਂ ਜਿਨ੍ਹਾਂ ਕਰਕੇ ਪੇਟ ਦਾ ਪ੍ਰੈਸ਼ਰ ਇੰਕਰੀਜ਼ ਹੀ ਰਹਿੰਦਾ ਹੈ, ਵਧਿਆ ਹੋਇਆ ਰਹਿੰਦਾ ਹੈ। ਜਿਵੇਂ ਕਈ ਪੇਸ਼ੈਂਟ ਹੁੰਦੇ ਜਿਨ੍ਹਾਂ ਨੂੰ ਕਨਸਟੀਪੇਸ਼ਨ ਹੈ, ਕਬਜ਼ੀ ਦੀ ਪ੍ਰੋਬਲਮ ਹੁੰਦੀ ਹੈ, ਉਹ ਪੌਟ ਤੇ ਜਾ ਕੇ 10 15 20 ਮਿੰਟ ਬੈਠੇ ਰਹਿੰਦੇ ਆ, ਦਿਨੇ 4 ਜਾਂ 5 ਵਾਰੀ ਜਾਂਦੇ ਆ ਤੇ ਇੰਨੀ ਦੇਰ ਬੈਠਦੇ ਆ। ਉਹਦੇ ਕਰਕੇ ਜਿਹੜਾ ਤੁਸੀਂ ਪੇਟ ਤੇ ਪ੍ਰੈਸ਼ਰ ਐਗਜ਼ਰਟ ਕਰੋਗੇ ਤਾਂ ਡਿਫੈਕਟ ਛੋਟਾ ਤੋਂ ਜਿਹੜੀ ਕਮਜ਼ੋਰੀ ਹੈ ਉਹ ਹੌਲੀ ਹੌਲੀ ਕਰਕੇ ਵੱਧ ਜਾਂਦੀ ਹੈ। ਕਈ ਪੇਸ਼ੈਂਟਸ ਹੁੰਦੇ ਆ ਜਿਨ੍ਹਾਂ ਨੂੰ ਸਮੋਕਿੰਗ ਦੀ ਕਾਰਨ ਲੰਗਸ ਖਰਾਬ ਹੋ ਰਹੇ ਹੁੰਦੇ ਆ। ਕਈ ਪੇਸ਼ੈਂਟਸ ਹੁੰਦੇ ਜਿਨ੍ਹਾਂ ਨੂੰ ਟੀਬੀ ਹੋ ਗਿਆ ਹੁੰਦਾ, ਉਹ ਬਾਰ-ਬਾਰ ਖੰਘਦੇ ਆ, ਉਸ ਖਾਂਸੀ ਕਰਕੇ ਵੀ ਪੇਟ ਦਾ ਪ੍ਰੈਸ਼ਰ ਇੰਕਰੀਜ਼ ਹੁੰਦਾ ਹੈ, ਉਹਨਾਂ ਨੂੰ ਵੀ ਇਹ ਪ੍ਰੋਬਲਮ ਆ ਸਕਦੀ ਹੈ। ਬੇਸਿਕਲੀ ਇਹ ਪੇਟ ਦੀਆਂ ਜਿਹੜੀਆਂ ਆਪਾਂ ਕਹਿ ਲਈਏ ਕਿ ਮਾਸਪੇਸ਼ੀਆਂ ਨੇ ਉਹਨਾਂ ਦੀ ਪ੍ਰੋਬਲਮ ਅੱਗੇ ਵੱਧ ਹਾਂਜੀ, ਪੇਟ ਦੀ ਮਾਸਪੇਸ਼ੀਆਂ ਜਦੋਂ ਕਮਜ਼ੋਰ ਹੋ ਜਾਂਦੀਆਂ ਪੇਟ ਦਾ ਆਪਣਾ ਜ਼ੋਰ ਲੱਗੀ ਜਾਊਗਾ ਹਾਂਜੀ, ਬੇਸਿਕਲੀ ਜਿਹੜੀ ਮਾਸਪੇਸ਼ੀਆਂ ਉਹਨਾਂ ਨੇ ਪੇਟ ਦੇ ਅੰਦਰ ਦੇ ਸਮਾਨ ਨੂੰ ਨੈਚੁਰਲ ਸਪੋਰਟ ਦਿੱਤੀ ਹੋਈ ਹੈ, ਇਹ ਸਪੋਰਟ ਵੀਕ ਹੋ ਜਾਂਦੀ ਹੈ ਤੇ ਫਿਰ ਜਿੱਥੋਂ ਸਪੋਰਟ ਵੀਕ ਹੋਈ ਹੈ ਉੱਥੋਂ ਇੱਕ ਛੇਦ ਬਣ ਜਾਂਦਾ ਹੈ, ਉਸ ਛੇਦ ਤੋਂ ਅੰਦਰ ਦਾ ਸਮਾਨ ਬਾਹਰ ਆ ਜਾਂਦਾ, ਉਸ ਚੀਜ਼ ਨੂੰ ਹਰਨੀਆ ਕਹਿੰਦੇ ਆ। ਤੇ ਇਹ ਵੀ ਫਿਰ ਇਹਦਾ ਐਟ ਲਾਸਟ ਜਿਹੜਾ ਟ੍ਰੀਟਮੈਂਟ ਉਹ ਸਰਜਰੀ ਹੈ। ਐਟ ਲਾਸਟ ਨਹੀਂ ਜੀ, ਇਹਦਾ ਟ੍ਰੀਟਮੈਂਟ ਸਿਰਫ ਸਰਜਰੀ ਹੈ, ਇਹ ਦਵਾਈਆਂ ਨਾਲ ਠੀਕ ਨਹੀਂ ਹੁੰਦਾ। ਤੇ ਕਿਉਂਕਿ ਨਾਰਮਲੀ ਇਨੀਸ਼ੀਅਲੀ ਸਟੇਜ ਤੇ ਜਦੋਂ ਹੁੰਦਾ ਪੇਸ਼ੈਂਟ ਤਾਂ ਕਈ ਉਹਨਾਂ ਨੂੰ ਹੁੰਦਾ ਕਿ ਨਹੀਂ ਸਰਜਰੀ ਨਹੀਂ ਕਰਾਉਣੀ ਤਾਂ ਦਵਾਈਆਂ ਲੈਂਦੇ ਰਹਿੰਦੇ ਨੇ, ਪਰ ਐਟ ਲਾਸਟ ਜਦੋਂ ਵੱਧਦਾ ਫਿਰ ਉਸ ਤੋਂ ਬਾਅਦ ਹੀ ਸਰਜਰੀ ਹੁੰਦੀ ਹੈ। ਕਈ ਲੋਕੀ ਸਾਡੇ ਕੋਲ ਆਉਂਦੇ ਆ, ਉਹ ਕਹਿੰਦੇ ਕਿ ਸਾਨੂੰ ਸਵੈਲਿੰਗ ਤਾਂ ਹੈਗੀ ਹੈ, ਸੋਜਿਸ਼ ਤਾਂ ਦਿਖਦੀ ਹੈ, ਪਰ ਇਹਦੇ 'ਚ ਦਰਦ ਨਹੀਂ ਹੁੰਦਾ। ਇਸ ਕਰਕੇ ਕਿਉਂਕਿ ਦਰਦ ਨਹੀਂ ਹੈ, ਸਾਨੂੰ ਪਰੇਸ਼ਾਨੀ ਨਹੀਂ ਹੈ, ਇਸ ਕਰਕੇ ਅਸੀਂ ਇਲਾਜ ਨਹੀਂ ਕਰਾਉਣਾ। ਇਹ ਬਹੁਤ ਵੱਡੀ ਮਿਥ ਹੈ, ਕਿਉਂਕਿ ਜਦੋਂ ਹਰਨੀਆ ਦੇ ਵਿੱਚ ਦਰਦ ਹੋ ਗਿਆ ਇਹਦਾ ਮਤਲਬ ਉਹ ਐਮਰਜੈਂਸੀ ਬਣ ਗਿਆ। ਜਦੋਂ ਐਮਰਜੈਂਸੀ ਦੇ ਵਿੱਚ ਤੁਸੀਂ 6 ਘੰਟੇ ਜਾਂ 12 ਘੰਟੇ ਦੇ ਵਿੱਚ ਟ੍ਰੀਟਮੈਂਟ ਨਹੀਂ ਲੈਂਦੇ ਹੋ, ਸਾਡੀ ਪ੍ਰੋਬਲਮ ਬਹੁਤ ਵੱਧ ਸਕਦੀ ਹੈ, ਸਾਨੂੰ ਵੱਡਾ ਆਪਰੇਸ਼ਨ ਕਰਨਾ ਪੈ ਸਕਦਾ ਹੈ, ਜਿਹਦੇ ਨਾਲ ਕਈ ਵਾਰ ਪੇਸ਼ੈਂਟਸ ਹੁੰਦੇ ਆ ਉਹ 24 ਘੰਟੇ ਕਈ ਵਾਰ ਇਹੋ ਜਿਹੀ ਥਾਂ ਤੇ ਹੁੰਦੇ ਆ ਜਿਵੇਂ ਪਿੰਡਾਂ 'ਚ ਰਹਿੰਦੀ ਆ, ਦੂਰੋਂ ਹਿਮਾਚਲ ਹੋ ਗਿਆ, ਦੂਰ ਦਰਾਜ਼ ਵਾਲੇ ਏਰੀਆ ਹੋ ਗਏ, ਰਿਮੋਟ ਏਰੀਆਜ਼ ਹੋ ਗਏ ਜਿੱਥੇ ਮੈਡੀਕਲ ਫੈਸਿਲਿਟੀਜ਼ ਨਹੀਂ ਨੇ, ਉੱਥੋਂ ਜੇ ਆਂਦੇ ਉਹਨਾਂ ਨੂੰ ਡਿਲੇ ਹੋ ਜਾਂਦਾ ਤੇ ਉਹ ਪ੍ਰੋਬਲਮ ਕਾਫੀ ਸੀਵੀਅਰ ਹੋ ਸਕਦੀ ਹੈ। ਇਸ ਕਰਕੇ ਸਾਨੂੰ ਇਹੀ ਸਿਖਾਇਆ ਜਾਂਦਾ ਹੈ ਕਿ ਇਹ ਜਿਹੜੀ ਪ੍ਰੋਬਲਮ ਹੈ ਜੇ ਸਾਨੂੰ ਇੱਕ ਵਾਰ ਦਿਖ ਜਾਏ ਇਹਦਾ ਇਲਾਜ ਨਾਲ ਦੀ ਨਾਲ ਹੀ ਜਿੰਨਾ ਛੇਤੀ ਹੋ ਸਕੇ ਕਰ ਦੇਣਾ ਚਾਹੀਦਾ ਹੈ। ਤੇ ਇੱਕ ਡਾਕਟਰ ਸਾਹਿਬ ਮੈਂ ਪੁੱਛਣਾ ਚਾਹੁੰਦਾ ਸੀ, ਜੇ ਆਪਾਂ ਵੈਰੀਕੋਸ ਵੇਨਸ ਦੀ ਗੱਲ ਕਰਦੇ ਹਾਂ, ਇਹਦੀ ਸਮੱਸਿਆ ਜਿਹੜੀ ਹੈ ਕਾਮਨ ਹੋ ਚੁੱਕੀ ਹੈ ਜੀ, ਪਰ ਇਹਦਾ ਇੱਕ ਇਹ ਵੀ ਇਫੈਕਟ ਹੈ ਕਿ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਉਹਨਾਂ ਨੂੰ ਇਹ ਪ੍ਰੋਬਲਮ ਹੈ, ਉਹ ਇਹ ਸਮੱਸਿਆ ਚ ਨੇ ਜੀ, ਅਨਲੈਸ ਜਦ ਤੱਕ ਉਹ ਡਾਕਟਰ ਸਾਹਿਬ ਦੇ ਕੋਲ ਨਹੀਂ ਜਾਂਦੇ, ਡਾਇਗਨੋਸਿਸ ਨਹੀਂ ਕਰਾਉਂਦੇ ਜੀ। ਇੱਕ ਤਾਂ ਇਹਦਾ ਸਿੰਪਟਮ ਕੀ ਨੇ ਇਹਦੇ ਤੇ ਕਾਜ਼ਸ ਕੀ ਨੇ, ਇਹਦੇ ਕਾਰਨ ਕੀ ਨੇ? ਸਭ ਤੋਂ ਪਹਿਲਾਂ ਤਾਂ ਇਹ ਵੈਰੀਕੋਸ ਵੇਨ ਦੀ ਪ੍ਰੋਬਲਮ ਹੁੰਦੀ ਕਿਵੇਂ ਹੈ, ਇਹ ਨਾਰਮਲੀ ਉਹਨਾਂ ਲੋਕਾਂ 'ਚ ਹੁੰਦੀ ਹੈ ਜਿਹੜੇ ਬਹੁਤ ਦੇਰ ਤੱਕ ਖੜੇ ਰਹਿੰਦੇ, ਬਹੁਤ ਦੇਰ ਤੱਕ ਖੜੇ ਹੋ ਕੇ ਕੰਮ ਕਰਦੇ, ਜਿਵੇਂ ਟ੍ਰੈਫਿਕ ਪੁਲਿਸ ਵਾਲੇ ਹੋ ਗਏ, ਸਰਜਨਸ ਹੋ ਗਏ, ਰਿਕਸ਼ਾ ਪੁਲਰਸ ਹੋ ਗਏ, ਐਥਲੀਟਸ ਹੋ ਗਏ। ਤੇ ਪ੍ਰੈਗਨੈਂਟ ਫੀਮੇਲਸ ਦੇ ਵਿੱਚ ਇਹ ਪ੍ਰੈਗਨੈਂਸੀ ਤੋਂ ਬਾਅਦ ਬਹੁਤ ਕਾਮਨਲੀ ਦੇਖੀ ਜਾਂਦੀ ਹੈ, ਕਿਉਂਕਿ ਫੀਮੇਲਸ ਯੂਜੂਅਲੀ ਸਾਡੇ ਦੇਸ਼ ਦੇ ਵਿੱਚ ਹਾਊਸ ਵਾਈਜ਼ ਹੁੰਦੀਆਂ, ਉਹਨਾਂ ਨੇ ਸਾਰਾ ਦਿਨ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਖੜੇ ਰਹਿ ਕੇ ਕਿਚਨ ਦੇ ਵਿੱਚ ਕੰਮ ਕਰਨਾ ਹੈ, ਸਾਰਾ ਘਰ ਦੇ ਸਾਫ਼ ਸਫਾਈ ਦਾ ਧਿਆਨ ਰੱਖਣਾ ਹੈ। ਤੇ ਪ੍ਰੈਗਨੈਂਸੀ ਦੇ ਵਿੱਚ ਕੀ ਹੁੰਦਾ, ਉਹਨਾਂ ਜਿਹੜੀ ਖੂਨ ਦੀ ਨਸਾਂ ਹੁੰਦੀ ਹੈ ਉਸ ਦੇ ਵਿੱਚ ਜਿਹੜਾ ਯੂਟਰਸ ਹੁੰਦਾ ਜਿਹਦੇ ਵਿੱਚ ਬੱਚਾ ਹੁੰਦਾ ਉਹ ਹੌਲੀ ਹੌਲੀ ਕਰਕੇ ਵੱਧਦਾ, ਉਹ ਖੂਨ ਦੀ ਨਸਾਂ ਨੂੰ ਦਬਾਅ ਪਾਉਂਦਾ ਜਿਹਦੇ ਕਰਕੇ ਖੂਨ ਦੀ ਨਸਾਂ ਫੁੱਲ ਜਾਂਦੀਆਂ
ਤੇ ਉਸ ਤੇ ਉੱਪਰੋਂ ਉਹ ਜ਼ਿਆਦਾ ਟਾਈਮ ਖੜੇ ਰਹਿੰਦੇ ਨੇ, ਇਸ ਕਰਕੇ ਖੂਨ ਦੀ ਨਸਾਂ ਫੁੱਲ ਜਾਂਦੀਆਂ ਨੇ, ਜਿਹਦੇ ਕਰਕੇ ਵੈਰੀਕੋਜ਼ ਦੀ ਪ੍ਰੋਬਲਮ ਹੁੰਦੀ ਹੈ। ਤੇ ਇਹਦੇ ਲੱਛਣ ਸਭ ਤੋਂ ਕਾਮਨਲੀ ਆਹੀ ਹੁੰਦੇ ਹੈ ਕਿ ਸਾਨੂੰ ਲੱਤਾਂ ਦੇ ਉੱਤੇ ਨਸਾਂ ਦਿਖਣ ਲੱਗ ਜਾਂਦੀ ਹੈ, ਨੀਲੀ ਨੀਲੀ ਨਸਾਂ ਦਿਖਣ ਲੱਗ ਜਾਂਦੀਆਂ, ਕਈ ਵਾਰ ਨੀਲੀ ਹੁੰਦੀਆਂ, ਕਈ ਵਾਰ ਲਾਲ ਹੁੰਦੀਆਂ, ਕਈ ਵਾਰ ਬਰਾਊਨ ਕਲਰ ਦੀ ਨਸਾਂ ਸਭ ਤੋਂ ਪਹਿਲਾਂ ਦਿਖਣੀ ਸ਼ੁਰੂ ਹੁੰਦੀ ਹੈ। ਹੌਲੀ ਹੌਲੀ ਕਰਕੇ ਨਸਾਂ ਦਿਖਣ ਦੇ ਨਾਲ ਉਹਨਾਂ ਦਾ ਸਾਈਜ਼ ਵਧਣ ਲੱਗ ਜਾਂਦਾ ਹੈ। ਫਿਰ ਸਾਨੂੰ ਪੈਰ ਦੇ ਵਿੱਚ ਜਾਂ ਐਂਕਲਸ ਦੇ ਵਿੱਚ ਸਾਨੂੰ ਸਵੈਲਿੰਗ ਆਉਣ ਲੱਗ ਜਾਂਦੀ ਹੈ। ਫਿਰ ਜਿੱਦਾਂ ਜਿੱਦਾਂ ਦੀ ਸਟੇਜ ਇਨਕਰੀਜ਼ ਕਰਦੀ ਹੈ, ਉਹ ਸਵੈਲਿੰਗ ਨਾਲ ਸਾਨੂੰ ਉੱਥੇ ਕਾਲਿਕ ਦਿਖਣ ਲੱਗ ਜਾਂਦੀ ਹੈ ਕਿ ਸਾਡੇ, ਕਈ ਵਾਰ ਲੋਕੀ ਕਹਿੰਦੇ ਕਿ ਜੀ ਸਾਡੇ ਪੈਰਾਂ ਦਾ ਲੱਤਾਂ ਦਾ ਰੰਗ ਬਦਲ ਗਿਆ, ਰੰਗ ਅਸੀਂ ਪਹਿਲਾਂ ਚਿੱਟਾ ਹੁੰਦਾ ਸੀਗਾ, ਹੁਣ ਬਰਾਊਨ ਹੋ ਗਿਆ, ਕਾਲਾ ਹੋ ਗਿਆ। ਇਹ ਦਿਸ ਇਜ਼ ਐਡਵਾਂਸਮੈਂਟ ਆਫ ਦ ਸਟੇਜ ਆਫ ਦ ਡਿਜ਼ੀਜ਼। ਉਸ ਤੋਂ ਬਾਅਦ ਉਸ ਰੰਗ ਕਰਕੇ ਉੱਥੇ ਜਦੋਂ ਵਾਧਾ ਵੱਧ ਜਾਂਦਾ ਉਦੋਂ ਇਹ ਹੁੰਦਾ। ਹਾਂਜੀ, ਜਦੋਂ ਵੱਧ ਰਹੀ ਹੈ, ਇਸ ਤੋਂ ਬਾਅਦ ਨੈਕਸਟ ਸਟੇਜ ਆਉਂਦੀ ਹੈ ਕਿ ਉਹ ਕੀ ਹੁੰਦਾ ਹੈ ਕਿ ਜਿਹੜੀ ਸਾਡੀ ਖੂਨ ਦੀ ਸਭ ਤੋਂ ਛੋਟੀ ਨਸਾਂ ਹੁੰਦੀ ਹੈ, ਉਹ ਇੰਨੀ ਫੁੱਲ ਜਾਂਦੀ ਹੈ ਕਿ ਉਹਨਾਂ ਵਿੱਚੋਂ ਬਲੱਡ ਮਾਈਕਰੋਸੈਲੂਲਰ ਲੈਵਲ ਤੇ ਲੀਕ ਹੋ ਕੇ ਸਕਿਨ ਦੇ ਥੱਲੇ ਆ ਕੇ ਡਿਪੋਜ਼ਿਟ ਹੋ ਜਾਂਦਾ ਹੈ। ਤੇ ਫਿਰ ਕਿਉਂਕਿ ਬਲੱਡ ਹੁਣ ਆਪਣੀ ਨਾਰਮਲ ਥਾਂ ਤੋਂ ਬਾਹਰ ਹੈਗਾ, ਉਹਦੇ ਕਰਕੇ ਕੀ ਹੁੰਦਾ ਹੈ ਕਿ ਸਾਨੂੰ ਇਰੀਟੇਸ਼ਨ ਹੁੰਦੀ ਹੈ। ਇਰੀਟੇਸ਼ਨ ਹੋਣ ਤੇ ਅਸੀਂ ਖਾਰਿਸ਼ ਕਰਦੇ ਹਾਂ ਉੱਥੇ। ਪੇਸ਼ੈਂਟ ਨੂੰ ਅਗਲੀ ਪ੍ਰੋਬਲਮ ਇਹ ਹੁੰਦੀ ਹੈ ਕਿ ਸਵੈਲਿੰਗ ਵੀ ਹੈਗੀ ਹੈ, ਚਮੜੀ ਦਾ ਰੰਗ ਵੀ ਕਾਲਾ ਪੈ ਗਿਆ ਤੇ ਉੱਥੇ ਖਾਰਿਸ਼ ਵੀ ਹੈ। ਖਾਰਿਸ਼ ਦੇ ਨਾਲ ਕੀ ਹੁੰਦਾ ਹੈ ਕਿ ਪੇਸ਼ੈਂਟ ਉੱਥੇ ਖਾਰਿਸ਼ ਕਰਦਾ ਹੈ, ਸਕਿਨ ਦੇ ਵਿੱਚ ਉਹਨੂੰ ਡਰਾਈਨੈਸ ਦੀ ਪ੍ਰੋਬਲਮ ਆ ਜਾਂਦੀ ਹੈ ਤੇ ਅਲਟੀਮੇਟਲੀ ਉੱਥੇ ਖਾਰਿਸ਼ ਹੋ ਕੇ ਜ਼ਖਮ ਬਣ ਜਾਂਦੇ ਹੈ। ਦਿਸ ਇਜ਼ ਦ ਲਾਸਟ ਸਟੇਜ ਆਫ ਵੈਰੀਕੋਜ਼ ਵੇਨ ਡਿਜ਼ੀਜ਼। ਤੇ ਫਿਰ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਪੇਸ਼ੈਂਟ ਇੰਨਾ ਡਿਲੇ ਹੋਵੇ, ਤੇ ਜਿੰਨਾ ਛੇਤੀ ਤੋਂ ਛੇਤੀ ਪੇਸ਼ੈਂਟ ਨੂੰ ਹਲਕਾ ਜਿਹਾ ਵੀ ਅੰਦਾਜ਼ਾ ਹੋਵੇ ਕਿ ਸਾਡੀ ਖੂਨ ਦੀ ਨਸਾਂ ਨੀਲੀਆਂ ਨੀਲੀਆਂ ਦਿਖਣ ਲੱਗੀਆਂ ਤੇ ਪੈਰ ਦੇ ਵਿੱਚ ਸਵੈਲਿੰਗ ਆ ਰਹੀ ਹੈ, ਉਹਨਾਂ ਨੂੰ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਇੱਕ ਡਾਕਟਰ ਸਾਹਿਬ, ਜਿੰਨੀ ਆਪਾਂ ਬਿਮਾਰੀ ਦੀਆਂ ਆਪਾਂ ਡਿਸਕਸ਼ਨ ਕੀਤੀ ਹੈ, ਆਪਾਂ ਜੇ ਗੱਲ ਕਰੀਏ ਤਾਂ ਪਾਇਲਸ ਦੀ ਕੀਤੀ ਹੈ, ਆਪਾਂ ਹਰਨੀਆਂ ਦੀ ਕੀਤੀ ਹੈ, ਤਾਂ ਇਹ ਸਾਰੀਆਂ ਜਿਹੜੀਆਂ ਡਿਜ਼ੀਜ਼ਸ ਨੇ ਬੜੀਆਂ ਕੰਪਲਿਕੇਟਡ ਨੇ। ਇਨੀਸ਼ੀਅਲੀ ਜਿਹੜਾ ਆਪਣੇ ਵੈਸੇ ਆਪਾਂ ਦੇਖਿਆ ਕਿ ਕਈ ਵਾਰ ਬੋਲਦੇ ਨਹੀਂ, ਅਗਲਾ ਕਹਿੰਦਾ ਕਿ ਨਹੀਂ ਮਤਲਬ ਕੁਝ ਨਹੀਂ ਹੋਇਆ, ਹਨਾ। ਪਰ ਜੇ ਆਪਾਂ ਦੇਖਿਆ ਜਾਏ ਤਾਂ ਸਾਰੀਆਂ ਜਿਹੜੀਆਂ ਸਮੱਸਿਆਵਾਂ ਦਾ ਜਦੋਂ ਆਪਾਂ ਹੱਲ ਕਰਦੇ ਹਾਂ, ਸਰਜਰੀ ਕਰਦੇ ਹਾਂ, ਤਾਂ ਉਹ ਸਰਜਰੀ ਦੇ ਲਈ ਪ੍ਰੀ ਸਰਜਰੀ ਕੀ ਜਿਹੜੇ ਪ੍ਰੈਪਰੇਸ਼ਨ ਚਾਹੀਦੀ ਹੈ, ਜਾਂ ਪੇਸ਼ੈਂਟ ਦੀ ਕਿੱਥੋਂ ਕੁ ਤੱਕ ਮੈਂਟਲੀ ਔਰ ਫਿਜ਼ੀਕਲੀ ਉਸਦੀ ਜੇ ਆਪਾਂ ਦੇਖੀਏ ਤਾਂ ਕੰਫਰਟ ਜ਼ੋਨ ਉਸਦਾ ਦੇਖਣਾ ਪੈਂਦਾ, ਕਿਉਂਕਿ ਸਰਜਰੀ ਕਰਨੀ ਹੈ। ਤੇ ਪੋਸਟ ਸਰਜਰੀ ਕੀ ਉਸ ਗੱਲਾਂ ਦਾ ਜਿਹੜਾ ਉਹਨਾਂ ਨੂੰ ਧਿਆਨ ਰੱਖਣਾ ਪੈਂਦਾ ਹੈ। ਇਹ ਜਿਹੜੀਆਂ ਆਪਾਂ 4 ਕੀਤੀਆਂ ਡਿਜ਼ੀਜ਼ ਡਿਸਕਸ, ਇਹਨਾਂ ਦੇ ਬਾਰੇ ਸਾਰਿਆਂ ਦੇ ਬਾਰੇ ਦੱਸੋ ਜੀ। ਸਭ ਤੋਂ ਪਹਿਲਾਂ ਤਾਂ ਮੈਂ ਫਿਰ ਤੋਂ ਗੱਲ ਰਿਪੀਟ ਕਰਨਾ ਚਾਹੂੰਗਾ ਕਿ ਸਰਜਰੀ ਜਿਹੜੀ ਹੈਗੀ ਆ ਉਹ ਪੇਸ਼ੈਂਟ ਦੇ ਇਲਾਜ ਲਈ ਬਣੀ ਹੈ। ਇਸ ਕਰਕੇ ਪੇਸ਼ੈਂਟ ਨੂੰ ਪਹਿਲੀ ਗੱਲ ਹੈ ਸਰਜਰੀ ਤੋਂ ਡਰਨਾ ਨਹੀਂ ਚਾਹੀਦਾ। ਬਿਲਕੁਲ। ਤੇ ਦੂਜੀ ਗੱਲ ਇਹ ਹੈਗੀ ਹੈ ਕਿ ਸਾਡੇ ਜਿਹੜਾ ਹਸਪੀਟਲ ਹੈਗਾ, ਅਸੀਂ ਬਿਲਕੁਲ ਹੀ ਲੇਟੈਸਟ ਟੈਕਨੀਕਸ ਨਾਲ, ਭਾਵੇਂ ਉਹ ਗਾਲ ਬਲੈਡਰ ਹੋਵੇ, ਭਾਵੇਂ ਹਰਨੀਆ ਹੋਵੇ, ਭਾਵੇਂ ਪਾਈਲਸ ਹੋਵੇ, ਭਾਵੇਂ ਵੈਰੀਕੋਜ਼ ਵੇਨਸ ਹੋਵੇ, ਬਿਲਕੁਲ ਲੇਟੈਸਟ ਟੈਕਨੀਕਸ ਨਾਲ ਇਹਨਾਂ ਦਾ ਇਲਾਜ ਕਰਦੇ ਹਾਂ। ਤੇ ਕਿਉਂਕਿ ਜੇ ਅਸੀਂ ਲੇਟੈਸਟ ਟੈਕਨੀਕਸ ਯੂਜ਼ ਕਰ ਰਹੇ ਹਾਂ, ਉਸ ਦੇ ਵਿੱਚ ਪੇਸ਼ੈਂਟ ਦੀ ਰਿਕਵਰੀ ਵੀ ਉਨੀ ਵਧੀਆ ਹੁੰਦੀ ਹੈ। ਜੇ ਰਿਕਵਰੀ ਵਧੀਆ ਹੈਗੀ ਹੈ ਤਾਂ ਪੇਸ਼ੈਂਟ ਛੇਤੀ ਘਰ ਜਾਂਦਾ ਹੈ ਤੇ ਪੇਸ਼ੈਂਟ ਛੇਤੀ ਠੀਕ ਹੋ ਜਾਂਦਾ ਹੈ। ਠੀਕ ਹੈ ਜੀ। ਤੇ ਜੇ ਆਪਾਂ ਕੱਲੀ ਬਿਮਾਰੀ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਆ ਗਿਆ ਗਾਲ ਬਲੈਡਰ, ਜੋ ਸਭ ਤੋਂ ਕਾਮਨ ਇਟ ਇਜ਼ ਵਨ ਆਫ ਦਾ ਮੋਸਟ ਕਾਮਨ ਸਰਜੀਕਲ ਪ੍ਰੋਬਲਮਸ। ਤੇ ਇਹਦੇ ਵਿੱਚ ਅਸੀਂ ਲੈਪਰੋਸਕੋਪਿਕ ਸਰਜਰੀ ਕਰਦੇ ਹਾਂ ਜੀ। ਲੈਪਰੋਸਕੋਪਿਕ ਸਰਜਰੀ ਦੇ ਰਾਹੀਂ ਅਸੀਂ 3 ਜਾਂ 4 ਛੋਟੇ ਕੱਟ ਪੇਟ ਦੇ ਉੱਤੇ ਲਗਾਉਂਦੇ ਹਾਂ। ਇਹ ਕੱਟ ਨਾਲ ਅਸੀਂ ਕੈਮਰਾ ਅੰਦਰ ਪਾ ਕੇ ਦੇਖਦੇ ਹਾਂ ਕਿ ਜੀ ਸਭ ਕੁਝ ਠੀਕ ਹੈ, ਤੇ ਬਾਕੀ 3 ਜਾਂ 4 ਛੋਟੇ ਕੱਟਸ ਨਾਲ ਇਹ ਸਰਜਰੀ ਕੰਪਲੀਟ ਹੋ ਜਾਂਦੀ ਹੈ। ਜੇ ਇਹਨੂੰ ਆਪਾਂ ਕੰਪੇਅਰ ਕਰੀਏ ਦੀ ਕਨਵੈਨਸ਼ਨਲ ਜਾਂ ਪੁਰਾਣੀ ਸਰਜਰੀ ਨਾਲ, ਉਸ ਦੇ ਵਿੱਚ ਰਾਈਟ ਸਾਈਡ ਦੇ ਰਿਬਸ ਦੇ ਥੱਲੇ, ਬੱਖੀ ਦੇ ਥੱਲੇ 12 ਤੋਂ 15 ਸੈਂਟੀਮੀਟਰ ਦਾ ਕੱਟ ਲੱਗਦਾ ਸੀਗਾ। ਤੇ ਕਿਉਂਕਿ ਉਹ ਕੱਟ ਇੰਨਾ ਵੱਡਾ ਹੁੰਦਾ ਸੀਗਾ, ਉਹਦੇ ਵਿੱਚ ਪੇਸ਼ੈਂਟ 4 ਜਾਂ 5 ਦਿਨ ਹਸਪੀਟਲ 'ਚ ਰਹਿੰਦਾ ਸੀ, ਬਲੱਡ ਲਾਸ ਜ਼ਿਆਦਾ ਹੁੰਦਾ ਸੀਗਾ। ਇਹ ਸਾਰੀ ਪ੍ਰੋਬਲਮਸ ਹੁਣ ਲੈਪਰੋਸਕੋਪਿਕ ਸਰਜਰੀ ਵਿੱਚ ਨਹੀਂ ਹੁੰਦੀਆਂ ਨੇ, ਤੇ ਇਹਦੀ ਰਿਕਵਰੀ ਬਹੁਤ ਜ਼ਿਆਦਾ ਕੁਇਕ ਹੈਗੀ ਹੈ। ਦ ਪੇਸ਼ੈਂਟ ਇਜ਼ ਐਡਮਿਟਡ ਔਨ ਡੇ 1 ਐਂਡ ਔਨ ਡੇ 2 ਪੇਸ਼ੈਂਟ ਨੂੰ ਅਸੀਂ ਛੁੱਟੀ ਕਰ ਦਿੰਦੇ ਹਾਂ ਜੀ। ਆਹੀ ਸੇਮ ਲੈਪਰੋਸਕੋਪੀ ਟੈਕਨੀਕ ਦਾ ਫਾਇਦਾ ਅਸੀਂ ਹਰਨੀਆ ਸਰਜਰੀ 'ਚ ਵੀ ਚੱਕਦੇ ਹਾਂ, ਕਿਉਂਕਿ ਜੇ ਆਪਾਂ ਕੰਪੇਅਰ ਕਰੀਏ ਉਹੀ ਓਪਨ ਸਰਜਰੀ ਨਾਲ, ਓਪਨ ਸਰਜਰੀ 'ਚ ਵੀ 3-4 ਇੰਚ ਜਾਂ 6 ਇੰਚ ਦਾ ਕੱਟ ਲੱਗਦਾ ਸੀਗਾ, ਹੁਣ ਉੱਥੇ ਹੀ ਕੱਟ ਨਾ ਦੇ ਬਰਾਬਰ ਲੱਗਦਾ ਹੈ। ਪੇਸ਼ੈਂਟ ਦਾ ਬਲੱਡ ਲਾਸ ਨਾ ਦੇ ਬਰਾਬਰ ਹੁੰਦਾ ਹੈ, ਤੇ ਪੇਸ਼ੈਂਟ ਦੀ ਰਿਕਵਰੀ ਉਨੀ ਵਧੀਆ ਹੁੰਦੀ ਹੈ। ਪੇਸ਼ੈਂਟ ਇਜ਼ ਏਬਲ ਟੂ ਵਾਕ ਔਨ ਦ ਵੈਰੀ ਸੇਮ ਡੇ ਆਫ ਦ ਸਰਜਰੀ। ਕਿ ਸਵੇਰ ਅਸੀਂ ਸਰਜਰੀ ਕੀਤੀ ਹੈ, ਸ਼ਾਮ ਨੂੰ ਅਸੀਂ ਪੇਸ਼ੈਂਟ ਨੂੰ ਤੁਰਾ ਫਿਰਾ ਕੇ ਵੀ ਦੇਖ ਲੈਂਦੇ ਹਾਂ। ਉਹਦਾ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਪੇਸ਼ੈਂਟ ਦੇ ਮਨ ਚੋਂ ਵਹਿਮ ਤੇ ਡਰ ਨਿਕਲ ਜਾਂਦਾ ਹੈ ਕਿ ਮੈਂ ਤਾਂ ਬਿਲਕੁਲ ਠੀਕ ਹਾਂ। ਤੇ ਕਿਉਂਕਿ ਕੱਟ ਛੋਟੇ ਹੁੰਦੇ ਆ, ਉਹਨਾਂ ਦੀ ਦਰਦ ਵੀ ਬਹੁਤ ਘੱਟ ਹੁੰਦੀ ਹੈ, ਤੇ 2 ਤੋਂ 3 ਦਿਨ ਬਾਅਦ ਪੇਸ਼ੈਂਟ ਨੂੰ ਇਹ ਲੱਗਦਾ ਹੈ ਕਿ ਮੇਰੇ ਨਾਲ ਕੁਝ ਹੋਇਆ ਹੀ ਨਹੀਂ ਹੈ। ਜਿਹਦਾ ਪਾਇਲਸ ਦੀ ਆਪਾਂ ਗੱਲ ਕਰ ਰਹੇ ਸੀ, ਤਾਂ ਉਹਦੇ ਲਈ ਪੋਸਟ ਔਰ ਪ੍ਰੀ ਸਰਜਰੀ ਜਿਹੜਾ ਕਿਹੜੀਆਂ ਗੱਲਾਂ ਧਿਆਨ ਰੱਖਣਾ ਪੈਂਦਾ ਜੀ। ਪਾਇਲਸ ਦੀ ਪ੍ਰੋਬਲਮ ਇਦਾਂ ਦੀ ਹੈਗੀ ਹੈ ਕਿ ਪੇਸ਼ੈਂਟ ਦੇ ਮਨ ਵਿੱਚ ਇੱਕ ਸ਼ਰਮ ਹੁੰਦੀ ਹੈ ਕਿ ਪ੍ਰੋਬਲਮ ਇਹ ਜੀ ਥਾਂ ਤੇ ਹੈਗੀ ਹੈ ਕਿ ਉਹ ਹਰ ਕਿਸੇ ਨਾਲ ਇੱਕ ਗੱਲ ਖੁੱਲ ਕੇ ਸ਼ੇਅਰ ਨਹੀਂ ਕਰ ਸਕਦੇ ਹੈ। ਇਸ ਕਰਕੇ ਪੇਸ਼ੈਂਟ ਸਾਡੇ ਕੋਲ ਯੂਜੂਅਲੀ ਬਹੁਤ ਹੀ ਐਡਵਾਂਸਡ ਸਟੇਜ ਦੇ ਵਿੱਚ ਆਉਂਦੇ ਆ।
ਤੇ ਉਹਦੇ ਵਿੱਚ ਵੀ ਪ੍ਰੀਕਾਸ਼ਨ ਉਹਦੀ ਇਹੀ ਹੈ ਕਿ ਪੇਸ਼ੈਂਟ ਨੂੰ ਜੇ ਪਹਿਲਾਂ ਅਸੀਂ ਦੇਖ ਲਈਏ ਤੇ ਪੇਸ਼ੈਂਟ ਦਾ ਉਦੋਂ ਸਰਜਰੀ ਕਰਾਉਣ ਦਾ ਕਈ ਵਾਰ ਪੇਸ਼ੈਂਟ ਕਹਿੰਦਾ ਜੀ ਮੈਂ ਸਰਜਰੀ ਨਹੀਂ ਕਰਾਉਣੀ, ਤੇ ਉਹਦੀ ਪ੍ਰੀਕਾਸ਼ਨ ਆਹੀ ਹੁੰਦੀ ਹੈ ਕਿ ਅਸੀਂ ਇੱਕ ਤਾਂ ਪੇਸ਼ੈਂਟ ਨੂੰ ਟ੍ਰੀਟਮੈਂਟ ਪਾਉਂਦੇ ਹਾਂ ਜਿਹਦੇ ਨਾਲ ਉਹਦੇ ਸਿੰਪਟਮਸ ਘਟ ਜਾਣ, ਤੇ ਦੂਜਾ ਉਹਨੂੰ ਕਹਿੰਦੇ ਤੁਸੀਂ ਆਪਣੀ ਡਾਈਟ ਇਦਾਂ ਦੀ ਰੱਖੋ ਕਿ ਕਬਜ਼ੀ ਨਾ ਹੋ। ਜੇ ਕਬਜ਼ੀ ਨਹੀਂ ਹੋਏਗੀ ਤੇ ਇਹ ਜਿਹੜੀ ਪ੍ਰੋਬਲਮ ਨੇ ਇੱਕ ਸਟੇਜ ਤੋਂ ਦੂਜੀ ਸਟੇਜ ਤੱਕ ਵਧਣਾ ਹੈ, ਉਹਦਾ ਜਿਹੜਾ ਟਾਈਮ ਗੈਪ ਹੈਗਾ ਉਹ ਵੱਧ ਜਾਏਗਾ। ਪੇਸ਼ੈਂਟ ਨੂੰ ਇਹਦੇ ਨਾਲ ਕੀ ਰਹਿੰਦਾ ਹੈ ਕਿ ਪੇਸ਼ੈਂਟ ਨੂੰ ਟਾਈਮ ਮਿਲ ਜਾਂਦਾ ਹੈ। ਪੇਸ਼ੈਂਟ ਨੂੰ ਇੱਕ ਵਾਰ ਟਾਈਮ ਮਿਲ ਜਾਂਦਾ ਹੈ, ਉਹ ਸੋਚ ਸਕਦਾ ਹੈ, ਵਿਚਾਰ ਕਰ ਸਕਦਾ ਹੈ ਕਿ ਹਾਂਜੀ ਅਸੀਂ ਗਏ ਸੀਗੇ, ਉਹਨਾਂ ਨੇ ਸਾਨੂੰ ਦੱਸਿਆ ਇਹ ਚੀਜ਼ ਠੀਕ ਹੋ ਰਹੀ ਹੈ, ਦੈਨ ਦੇਰ ਇਹ ਜਿਹੀ ਚੀਜ਼ਾਂ ਨਾਲ ਦ ਪੇਸ਼ੈਂਟ ਕੈਨ ਡਿਵੈਲਪ ਕੌਨਫੀਡੈਂਸ ਕਿ ਅਸੀਂ ਹਾਂ ਹੁਣ ਸਰਜਰੀ ਕਰਾ ਸਕਦੇ ਹਾਂ। ਤੇ ਸਾਡੀ ਜਿਹੜੀ ਸਰਜਰੀ ਹੈਗੀ ਹੈ, ਜਿਵੇਂ ਮੈਂ ਪਹਿਲਾਂ ਦੱਸਿਆ ਕਿ ਅਸੀਂ ਹੁਣ ਲੇਜ਼ਰ ਰਾਹੀਂ ਕਰਦੇ ਹਾਂ। ਲੇਜ਼ਰ ਦੇ ਵਿੱਚ ਅਸੀਂ ਕੋਈ ਕੱਟ ਨਹੀਂ ਲਾਣਾ ਹੁੰਦਾ, ਲੇਜ਼ਰ ਦੇ ਵਿੱਚ ਅਸੀਂ ਕੋਈ ਬਲੀਡਿੰਗ ਨਹੀਂ ਹੁੰਦੀ ਜ਼ਿਆਦਾ। ਇਸ ਦੇ ਕਰਕੇ ਪੇਸ਼ੈਂਟ ਪਹਿਲਾਂ ਹੀ ਦ ਫਰਸਟ ਪੇਸ਼ੈਂਟ ਨੇ ਪਹਿਲਾਂ ਹੀ ਮਨ ਬਣਾਇਆ ਹੋਇਆ, ਦ ਪੇਸ਼ੈਂਟ ਇਜ਼ ਆਲਰੇਡੀ ਕੰਫਰਟੇਬਲ। ਤੇ ਸਰਜਰੀ ਤੋਂ ਬਾਅਦ ਵੀ ਜੇ ਪੇਸ਼ੈਂਟ ਨੂੰ ਐਸ ਸੱਚ ਅਗਲੇ ਦਿਨ ਹੀ ਪੇਸ਼ੈਂਟ ਨੂੰ ਲੱਗਦਾ ਹੈ ਕਿ ਜੇ ਮੇਰੀ ਪੁਰਾਣੀ ਜਿਹੜੀ ਪ੍ਰੋਬਲਮ ਸੀ ਉਹ ਚਲੀ ਗਈ ਹੈ, ਡਿਸਕੰਫਰਟ ਦੀ ਪ੍ਰੋਬਲਮ ਹੈ ਉਹ ਚਲੀ ਗਈ ਹੈ, ਤਾਂ ਪੇਸ਼ੈਂਟ ਫੀਲਸ ਵੈਰੀ ਫਾਈਨ ਦ ਵੈਰੀ ਨੈਕਸਟ ਡੇ। ਬਹੁਤ ਧੰਨਵਾਦ ਡਾਕਟਰ ਸਾਹਿਬ, तमाम ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ। ਤਾਂ ਇਹ ਸਨ ਸਾਡੇ ਨਾਲ ਡਾਕਟਰ ਕੁਮਾਰ ਅਭਿਸ਼ੇਕ, ਜਿਨ੍ਹਾਂ ਨੇ तमाम ਜਿਹੜੇ ਬਿਮਾਰੀਆਂ ਦੇ ਉੱਪਰ ਸਾਡੇ ਨਾਲ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਔਰ ਬੜੇ ਖੂਬਸੂਰਤ ਢੰਗ ਦੇ ਨਾਲ ਸਰਜਰੀ ਸ਼ਬਦ ਤੋਂ ਜਿਹੜਾ ਹੈ ਉਹਨਾਂ ਨੇ ਪਰਦਾ ਉਠਾਇਆ ਔਰ ਬੜੀਆਂ ਸੋਹਣੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੇ ਦੱਸੀਆਂ ਕਿ ਕਿਹੜੀਆਂ-ਕਿਹੜੀਆਂ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ। ਤੇ ਅਸੀਂ ਆਪਣੇ ਦਰਸ਼ਕਾਂ ਨੂੰ ਇਹੀ ਗੱਲ ਕਹਾਂਗੇ ਕਿ ਕੋਈ ਵੀ ਬਿਮਾਰੀ ਦਾ ਵਾਧਾ ਵਧਾਉਣ ਤੋਂ ਪਹਿਲਾਂ ਜਿਹੜਾ ਹੈ ਡਾਕਟਰ ਨਾਲ ਤੁਸੀਂ ਗੱਲ ਕਰੋ, ਔਰ ਜੇ ਸਰਜਰੀ ਇਲਾਜ ਉਸਦਾ ਹੈ ਤਾਂ ਸਰਜਰੀ ਜਲਦੀ ਤੋਂ ਜਲਦੀ ਕਰਾਓ।